ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਵਾਹਿਗੁਰੂ ਜੀ। ਬਾਣੀ ਗੁਰੂ ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ। ਗੁਰਬਾਣੀ ਕਹੈ ਸੇਵਕ ਜਨ ਮਾਨੈ, ਪ੍ਰਤੱਖ ਗੁਰੂ ਨਿਸਤਾਰੇ। ਗਿਆਨ ਧਿਆਨ ਕਿਛ ਕਰਮ ਨ ਜਾਣਾ, ਸਾਰ ਨ ਜਾਣਾ ਤੇਰੀ। ਸਭ ਤੇ ਵੱਡਾ ਸਤਿਗੁਰ ਨਾਨਕ, ਜਿਨ ਕਲ ਰਾਖੀ ਮੇਰੀ। ਸੱਜਣ ਸੱਚਾ ਪਾਤਸ਼ਾਹ, ਸਿਰ ਸਾਹਾਂ ਦਾ ਸਾਹੋ। ਜਿਸ ਪਾਸ ਬੈਠਿਆ ਸੋਹੀਐ, ਸਭਨਾ ਦਾ ਵੇ ਸਾਹੋ। ਸੋ ਕਹੋ ਟਲ ਗੁਰ ਸੇਵੀਐ, ਅਹਨਸ ਸਹਜ ਸੁਭਾਏ। ਦਰਸ਼ਨ ਪਰਸਿਆ ਗੁਰੂ ਕੈ, ਜਨਮ ਮਰਨ ਦੁਖ ਜਾਏ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਧਨਾਸਰੀ ਮਹੱਲਾ ਚੌਥਾ। ਘਰ ਪਹਿਲਾ ਚੌਪਦੇ, ਇੱਕ ਓੰਕਾਰ ਸਤਿਗੁਰ ਪ੍ਰਸਾਦ। ਜੋ ਹਰ ਸੇਵੈ ਸੰਤ ਭਗਤ, ਤਿਨ ਕੇ ਸਭ ਪਾਪ ਨਿਵਾਰੀ। ਹਮੇ ਉਪਰ ਕਿਰਪਾ ਕਰ ਸੁਆਮੀ, ਰੱਖ ਸੰਗਤ ਤੁਮ ਜੋ ਪਿਆਰੀ। ਜੋ ਹਰ ਸੇਵੈ ਸੰਤ ਭਗਤ, ਤਿਨ ਕੇ ਸਭ ਪਾਪ ਨਿਵਾਰੀ। ਹਮੇ ਉਪਰ ਕਿਰਪਾ ਕਰ ਸੁਆਮੀ, ਰੱਖ ਸੰਗਤ ਤੁਮ ਜੋ ਪਿਆਰੀ। ਹਰ ਗੁਣ ਕਹਿ ਨ ਸਕਉ ਬਨਵਾਰੀ। ਹਮ ਪਾਪੀ ਪਾਥਰ ਨੀਰ ਡੁਬਤ, ਕਰ ਕਿਰਪਾ ਪਾਖਣ ਹਮ ਤਾਰੀ। ਰਹਾਉ ਜਨਮ ਜਨਮ ਕੇ ਲਾਗੇ ਬਿਖ ਮੋਰਚਾ, ਲਗ ਸੰਗਤ ਸਾਧ ਸਵਾਰੀ। ਜੋ ਕੰਚਨ ਬੈ ਸੰਤਰ ਤਾਇਓ, ਮਲ ਕਾਟੀ ਕਟਤ ਉਤਾਰੀ। ਹਰ ਹਰ ਜਪਨ ਜਪੋ ਦਿਨ ਰਾਤੀ, ਜਪ ਹਰ 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 ਔਰ ਤਾਰੀ। ਹਰ 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 ਔਖਦ ਜਗ ਪੂਰਾ, ਜਪ ਹਰ ਹਰ ਹਉਮੈ ਮਾਰੀ। ਹਰ ਹਰ ਅਗਮ ਅਗਾਧ ਬੋਧ, ਅਪਰੰਪਰ ਪੁਰਖ ਅਪਾਰੀ।
ਜਨ ਕੋ ਕਿਰਪਾ ਕਰਹੁ ਜਗ ਜੀਵਨ। ਜਨ ਨਾਨਕ ਪੈਜ ਸਵਾਰੀ। ਹਰ ਹਰ ਅਗਮ ਅਗਾਧ ਬੋਧ। ਅਪਰੰਪਰ ਪੁਰਖ ਅਪਾਰੀ। ਜਨ ਕੋ ਕਿਰਪਾ ਕਰਹੁ ਜਗ ਜੀਵਨ। ਜਨ ਨਾਨਕ ਪੈਜ ਸਵਾਰੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਗਰੀਬ ਨਵਾਜ ਪਤਿਤ ਪਾਵਨ ਭਗਤ ਵਛਲ ਕਿਰਪਾ ਦੇ ਖਜ਼ਾਨੇ ਚਵਰ ਛਤਰ ਤਖਤ ਦੇ ਮਾਲਕ ਜੁਗੋ ਜੁਗ ਟਲ ਸਤਿਗੁਰੂ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਸ਼ਹੀਦਾਂ ਦੇ ਸਰਤਾਜ ਬਾਣੀ ਕੇ ਬੋਹਿਤ ਧੰਨ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਦੇ ਪਾਵਨ ਸਥਾਨ ਗੁਰਦੁਆਰਾ ਦੀਵਾਨ ਹਾਲ ਮੰਜੀ ਸਾਹਿਬ ਵਿਖੇ ਸੱਜ ਕੇ ਤੁਰਕੀ ਬਾਣੀ ਦੇ ਕੀਰਤਨ ਦਾ ਆਨੰਦ ਮਾਣਿਆ ਹੈ। ਸਤਿਗੁਰੂ ਜੀ ਨੇ ਬਖਸ਼ਿਸ਼ ਕੀਤੀ ਹੈ। ਦੂਰਾਂ ਦਰੇਡਿਆਂ ਤੋਂ ਚੱਲ ਕੇ ਗੁਰੂ ਕੇ ਸ਼ਰਧਾਲੂ ਸਿੱਖ ਡਿੱਠੇ ਸਭੇ ਥਾਵ ਨਹੀਂ ਤੁਧ ਜਿਹਿਆ ਬੱਧੋ ਪੁਰਖ ਵਧਾਤੇ ਤਾਂ ਤੂੰ ਸੋਹਿਆ। ਸ੍ਰੀ ਹਰਿਮੰਦਰ ਸਾਹਿਬ ਜੀ ਦੇ ਦਰਸ਼ਨ ਦੀਦਾਰਿਆਂ ਨੂੰ ਅਥਵਾ ਪਾਵਨ ਪਵਿੱਤਰ ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹੀ ਤੋਂ ਰਸਾਏ ਸਰੋਵਰ ਵਿੱਚ ਇਸ਼ਨਾਨ ਕਰਨ ਲਈ ਰਾਮਦਾਸ ਸਰੋਵਰ ਨਹਾਤੇ ਸਭ ਉਤਰੇ ਪਾਪ ਕਮਾਤੇ। ਸਤਿਗੁਰੂ ਦੀ ਬਖਸ਼ਿਸ਼ ਨਾਲ ਜਿਹੜੇ ਬਹੁਤ ਵੱਡੇ ਵੱਡੇ ਯਤਨ ਕਰਨ ਤੋਂ ਪਾਪ ਨਹੀਂ ਲੈ ਸਕਦੇ, ਉਹ ਗੁਰੂ ਕਾ ਸਿੱਖ ਕੋਈ ਸ਼ਰਧਾ ਭਾਵਨਾ ਧਾਰ ਕੇ ਪਾਵਨ ਪਵਿੱਤਰ ਇਸ ਸਰੋਵਰ ਵਿੱਚ ਇਸ਼ਨਾਨ ਕਰੇ ਤਾਂ ਸਤਿਗੁਰੂ ਜਨਮਾਂ ਜਨਮਾਤਰਾਂ ਦੀ ਮੈਲ ਲਾਹ ਦਿੰਦੇ ਨੇ, ਪਾਪ ਕੱਟ ਦਿੰਦੇ ਨੇ, ਸਰੀਰਕ ਰੋਗ ਵੀ ਦੂਰ ਕਰ ਦਿੰਦੇ ਨੇ ਅਤੇ ਆਤਮਿਕ ਰੋਗ ਵੀ ਮਹਾਰਾਜ ਸੱਚੇ ਪਾਤਸ਼ਾਹ ਜੀ ਕੱਟ ਕੇ ਭਾਵ ਭਗਤੀ ਦਾ ਦਾਨ ਬਖਸ਼ ਦਿੰਦੇ ਨੇ। ਸੋ ਸਤਿਗੁਰੂ ਦੀ ਇਹ ਮਹਿਮਾ ਹੈ। ਸੋ ਉਸ ਪਾਵਨ ਪਵਿੱਤਰ ਸਰੋਵਰ ਵਿੱਚ ਗੁਰੂ ਕੀਆਂ ਸੰਗਤਾਂ ਇਸ਼ਨਾਨ ਕਰ ਰਹੀਆਂ ਹਨ। ਸਤਿਗੁਰੂ ਜੀ ਨੇ ਇਹ ਸੁਭਾਗ ਬਖਸ਼ਿਸ਼ ਕੀਤਾ ਹੈ। ਜਿੱਥੇ ਸਤਿਗੁਰੂ ਜੀ ਨੇ ਅੱਜ ਅੰਮ੍ਰਿਤ ਵੇਲੇ ਸ੍ਰੀ ਹਰਿਮੰਦਰ ਸਾਹਿਬ ਜੀ ਤੋਂ ਸ੍ਰੀ ਮੁਖ ਵਾਕ ਬਖਸ਼ ਕੇ ਸਰਬੱਤ ਸੰਗਤਾਂ ਨੂੰ ਉਪਦੇਸ਼ ਬਖਸ਼ਿਸ਼ ਕੀਤਾ ਹੈ, ਉਹ ਸ੍ਰੀ ਮੁਖ ਵਾਕ ਦੀ ਕਥਾ ਦਾ ਸਮਾਂ ਆਇਆ ਹੈ। ਆਓ ਸਾਧ ਸੰਗਤ ਜੀ ਮਨ ਬਿਰਤੀਆਂ ਸਤਿਗੁਰੂ ਨਾਲ ਜੋੜ ਕੇ ਯਤਨ ਕਰੀਏ ਕਿ ਅਸੀਂ ਗੁਰੂ ਦਾ ਉਪਦੇਸ਼ ਸੁਣ ਸਕੀਏ। ਜੇ ਸੁਣਾਂਗੇ ਮਨ ਚਿੱਤ ਲਾ ਕੇ ਤਾਂ ਫਿਰ ਇਸ ਨੂੰ ਗ੍ਰਹਿਣ ਕਰਨ ਦੀ ਅਵਸਥਾ ਬਣੇਗੀ। ਜੇ ਸੁਣਨ ਵੇਲੇ ਹੀ ਉੱਕ ਗਏ, ਕਈ ਵਾਰ ਇੱਥੇ ਬੈਠਿਆਂ ਵੀ ਇਹ ਮਨ ਇੱਥੋਂ ਦੂਰ ਚਲਿਆ ਜਾਂਦਾ ਹੈ। ਮਨ ਸਮਝਾਵਣ ਕਾਰਨੇ ਕਛੂਕ ਪੜ੍ਹੀਐ ਗਿਆਨ, ਕਿਉਂਕਿ ਜਿਸ ਨੂੰ ਅਸੀਂ ਸਮਝਾਉਣਾ ਹੈ, ਜਿਹਨੂੰ ਸਮਝਾਉਣ ਵਾਸਤੇ ਯਤਨ ਕੀਤਾ ਹੈ, ਜੇ ਉਹ ਹੀ ਸਾਡੇ ਨਾਲ ਨਾ ਰਿਹਾ, ਸਤਿਗੁਰੂ ਦੇ ਫਰਮਾਏ ਹੋਏ ਬਚਨ ਸੁਣੇ ਹੀ ਨਾ, ਤਾਂ ਫਿਰ ਸਮਝੇਗਾ ਕਿਵੇਂ। ਇਸ ਕਰਕੇ ਨੀਠ ਮਨ ਕੀਆ ਧੀਰਾ, ਇਹਨੂੰ ਮਿੱਤਰ ਬਣਾ ਕੇ ਸਮਝਾ ਕੇ ਕਿ ਜੇ ਇੰਨਾ ਸਮਾਂ ਕੱਢਿਆ ਹੈ, ਗੁਰੂ ਚਰਨਾਂ ਵਿੱਚ ਆਏ ਹਾਂ, ਸੰਗਤ ਵਿੱਚ ਸਜੇ ਹਾਂ, ਤਾਂ ਇੱਥੋਂ ਸਾਨੂੰ ਲਾਭ ਪ੍ਰਾਪਤ ਕਰਨਾ ਚਾਹੀਦਾ। ਸਤਿਗੁਰੂ ਜੀ ਰਹਿਮਤ ਕਰਨਗੇ। ਸੋ ਜਿਹੜੇ ਵੀ ਵਡਭਾਗੀ ਗੁਰੂ ਕੇ ਸਿੱਖ ਸੰਗਤ ਵਿੱਚ ਆਉਂਦੇ ਨੇ, ਵੱਡੇ ਭਾਗਾਂ ਨਾਲ ਹੀ ਆਇਆ ਜਾ ਸਕਦਾ ਹੈ। ਵਡਭਾਗੀ ਸਤਸੰਗਤ ਲੱਭੈ, ਵੱਡਿਆਂ ਭਾਗਾਂ ਦੇ ਨਾਲ ਗੁਰੂ ਕੀ ਸੰਗਤ ਲੱਭਦੀ ਹੈ ਭਾਈ। ਇਸ ਵਾਸਤੇ ਐਵੇਂ ਬਿਨਾਂ ਆਪਣੇ ਯਤਨਾਂ ਨਾਲ, ਆਪਣੇ ਉਦਮ ਨਾਲ ਕੇਵਲ ਨਹੀਂ, ਗੁਰੂ ਸਾਹਿਬ ਦੀ ਨਾਲ ਮਿਹਰ ਹੋਵੇ, ਨਦਰ ਹੋਵੇ, ਕਿਰਪਾ ਹੋਵੇ, ਤਾਂ ਗੁਰੂ ਕੇ ਸੰਗਤ ਦੀ ਪ੍ਰਾਪਤੀ ਹੁੰਦੀ ਹੈ। ਸਤਸੰਗਤ ਕੈਸੀ ਜਾਣੀਐ ਜਿੱਥੇ ਇੱਕੋ ਨਾਮ ਵਖਾਣੀਐ।
ਜਹ ਸਤਿਗੁਰ ਤਹ ਸਤ ਸੰਗ ਬਣਾਈ। ਕਿਸੇ ਇਕੱਠ ਦਾ ਨਾਮ ਸੰਗਤ ਨਹੀਂ। ਜਿੱਥੇ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਸੁਭਾਏਮਾਨ ਨੇ, ਜਾਂ ਗੁਰੂ ਕੀ ਬਾਣੀ ਦਾ ਕੀਰਤਨ ਹੋ ਰਿਹਾ ਹੈ, ਕਥਾ ਹੋ ਰਹੀ ਹੈ, ਉਸ ਦਾ ਨਾਮ ਸਤਸੰਗਤ ਹੈ। ਸੋ ਇਸ ਵਾਸਤੇ ਸਤਿਗੁਰੂ ਨੇ ਸਾਰੀਆਂ ਬਖਸ਼ਿਸ਼ਾਂ ਕੀਤੀਆਂ ਹਨ। ਆਪ ਵੀ ਸੁਭਾਏਮਾਨ ਹੋ ਕੇ ਸਤਿਗੁਰੂ ਜੀ ਪ੍ਰਕਾਸ਼ਮਾਨ ਹੋ ਕੇ ਦਰਸ਼ਨ ਦੀਦਾਰੇ ਬਖਸ਼ ਰਹੇ ਨੇ। ਅਤੇ ਪਾਵਨ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਫਰਮਾਨ ਜੋ ਆਏ ਹਨ, ਉਹਨਾਂ ਦੀ ਕਥਾ ਵਿਚਾਰ ਦਾ ਸੁਭਾਗ ਸਾਧ ਸੰਗਤ ਜੀ ਇੰਨੀਆਂ ਬਖਸ਼ਿਸ਼ਾਂ ਗੁਰੂ ਦੀ ਕਿਰਪਾ ਨਾਲ ਹੀ ਪ੍ਰਾਪਤ ਹੋ ਸਕਦੀਆਂ ਹਨ। ਆਓ ਸਤਿਗੁਰੂ ਜੀ ਦੀ ਬਖਸ਼ਿਸ਼ ਕੀਤੀ ਹੋਈ ਧੁਰ ਕੀ ਬਾਣੀ ਦਾ ਉਪਦੇਸ਼ ਸਰਵਣ ਕਰਨ ਵਾਸਤੇ ਸਾਰੀ ਸੰਗਤ ਗੱਜ ਕੇ ਆਖੋ ਸਤਿਨਾਮ ਸ੍ਰੀ ਵਾਹਿਗੁਰੂ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਧਨਾਸਰੀ ਮਹੱਲਾ ਚੌਥਾ। ਘਰ ਪਹਿਲਾ ਚੌਪਦੇ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਸੋਢੀ ਸੁਲਤਾਨ ਸਤਿਗੁਰੂ ਜਿਸ ਵੇਲੇ ਗੋਇੰਦਵਾਲ ਸਾਹਿਬ ਵਿਖੇ ਧੰਨ ਗੁਰੂ ਅੰਗਦ ਸਾਹਿਬ, ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਜੋੜ ਮੇਲਾ ਮਨਾਉਣ ਵਾਸਤੇ, ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਪੁਰਬ ਮਨਾਉਣ ਵਾਸਤੇ ਜੋ ਭਾਦੋਂ ਦੀ ਪੁੰਨਿਆਂ ਨੂੰ ਸਤਿਗੁਰੂ ਪਾਤਸ਼ਾਹ ਜੀ ਜੋਤੀ ਜੋਤ ਸਮਾਏ, ਅਤੇ ਹਰ ਸਾਲ ਹੀ ਬੜੀਆਂ ਵੱਡੀ ਗਿਣਤੀ ਵਿੱਚ ਸੰਗਤਾਂ ਇਕੱਤਰ ਹੁੰਦੀਆਂ। ਸੰਗਤਾਂ ਗੋਇੰਦਵਾਲ ਸਾਹਿਬ ਵਿਖੇ ਇਕੱਤਰ ਨੇ। ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਉਪਦੇਸ਼ ਬਖਸ਼ ਰਹੇ ਨੇ। ਸੰਗਤਾਂ ਨੇ ਬੇਨਤੀ ਕੀਤੀ, ਮਹਾਰਾਜ ਸੱਚੇ ਪਾਤਸ਼ਾਹ ਜੀ ਕਿਰਪਾ ਕਰੋ, ਭਾਉ ਭਗਤੀ ਕਰਨ ਦੇ ਕੀ ਲਾਭ ਹਨ, ਭਗਤੀ ਕੌਣ ਕਰ ਸਕਦਾ ਹੈ, ਕਿਵੇਂ ਹੋ ਸਕਦੀ ਹੈ, ਸੋ ਇਹ ਉਪਦੇਸ਼ ਆਪ ਜੀ ਬਖਸ਼ਿਸ਼ ਕਰੋ। ਤਾਂ ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਇਹ ਸ਼ਬਦ ਗੋਇੰਦਵਾਲ ਸਾਹਿਬ ਵਿਖੇ ਉਚਾਰਨ ਕੀਤੇ ਨੇ। ਸਰਬੱਤ ਸੰਗਤਾਂ ਦੇ ਸਰਬ ਜੀਆਂ ਦੀ ਕਲਿਆਣ ਵਾਸਤੇ ਸਤਿਗੁਰੂ ਜੀ ਨੇ ਸਦੀਵ ਸਮੇਂ ਵਾਸਤੇ ਇਹ ਸਾਡੇ 'ਤੇ ਮਹਾਨ ਬਖਸ਼ਿਸ਼ ਕੀਤੀ ਹੈ। ਸੋ ਧਨਾਸਰੀ ਮਹੱਲਾ ਚੌਥਾ ਧਨਾਸਰੀ ਰਾਗ ਹੈ। ਸਤਿਗੁਰੂ ਜੀ ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਰਾਗੀ ਸਿੰਘਾਂ ਨੂੰ ਪਹਿਲੇ ਘਰ ਸੁਲਤਾਨ ਵਿੱਚ ਇਹ ਬਾਣੀ ਉਚਾਰਨ ਵਾਸਤੇ, ਕੀਰਤਨ ਕਰਨ ਵਾਸਤੇ ਨਿਯਮ ਬਣਾਉਂਦੇ ਹਨ। ਚੌਪਦੇ 4 ਪਦਿਆਂ ਵਾਲੀ ਇਹ ਬਾਣੀ ਹੈ। 4 ਪੌੜੀਆਂ ਹਨ। ਇੱਕ ਜੋ ਅਕਾਲ ਪੁਰਖ ਵਾਹਿਗੁਰੂ ਹੈ, ਜਿਸ ਦਾ ਸਾਰਾ ਪਸਾਰਾ ਹੈ, ਓੰਕਾਰ ਦੇ ਅਧੀਨ ਸਾਰੀ ਸ੍ਰਿਸ਼ਟੀ ਹੈ, ਸਭ ਨੂੰ ਪਾਲਣਹਾਰਾ ਹੈ, ਜੋ ਅਕਾਲ ਪੁਰਖ ਦੀ ਰਹਿਮਤ ਨਾਲ, ਕਿਰਪਾ ਦੇ ਨਾਲ ਉਸ ਦੀ ਪ੍ਰਾਪਤੀ ਹੁੰਦੀ ਹੈ। ਸਤਿਗੁਰੂ ਦੀ ਪ੍ਰਾਪਤੀ ਵਾਹਿਗੁਰੂ ਦੀ ਬਖਸ਼ਿਸ਼ ਤੋਂ ਬਿਨਾਂ ਨਹੀਂ ਹੋ ਸਕਦੀ। ਉਹਦੀ ਬਖਸ਼ਿਸ਼ ਦੇ ਨਾਲ ਸਤਿਗੁਰੂ ਦੇ ਉਪਦੇਸ਼ ਦੀ, ਉਹਦੇ ਸਰੂਪ ਦੀ ਅਤੇ ਪ੍ਰਾਪਤੀ ਦੀ ਜੋ ਬਖਸ਼ਿਸ਼ ਹੁੰਦੀ ਹੈ, ਉਹ ਮਹਾਰਾਜ ਦੀ ਮਿਹਰ ਦੇ ਨਾਲ ਉਸ ਦੀ ਪ੍ਰਾਪਤੀ ਹੁੰਦੀ ਹੈ। ਜੋ ਹਰ ਸੇਵੈ ਸੰਤ ਭਗਤ। ਹਜ਼ੂਰ ਫਰਮਾਉਂਦੇ ਹਨ, ਜਿਹੜੇ ਜਨ ਭਾਈ ਹਨ ਉਹ ਸਤਿਗੁਰੂ ਦਾ ਸਿਮਰਨ ਕਰਦੇ ਹਨ। ਸੰਤ ਭਗਤ ਜਿਹੜੇ ਜਿਨ੍ਹਾਂ ਸਾਸ ਗਰਾਸ ਨਾ ਵਿਸਰੈ, ਹਰਨਾਮਾ ਮਨ ਮੰਤ, ਉਹ ਹਨ ਸੰਤ। ਅਤੇ ਜਿਹੜੇ ਭਉ ਭਗਤੀ ਵਿੱਚ ਤਤ ਬੇਤੇ ਜੁੜੇ ਹਨ, ਉਹ ਭਗਤ ਹਨ। ਸੋ ਇਸ ਵਾਸਤੇ ਭਾਈ ਜਿਹੜੇ ਹਰੀ ਦੇ ਸੇਵਕ, ਪਰਮਾਤਮਾ ਦੇ ਸੇਵਕ ਹਨ, ਸੰਤ ਭਗਤੀ ਵਿੱਚ ਰੱਤੇ ਹੋਏ ਹਨ। ਤਿਨਕੇ ਸਭ ਪਾਪ ਨਿਵਾਰੀ। ਹਜ਼ੂਰ ਫਰਮਾਉਂਦੇ ਹਨ ਕਿ ਭਾਈ ਇਹ ਪਰਮਾਤਮਾ ਦੇ ਨਾਮ ਦਾ ਏਡਾ ਵੱਡਾ ਪ੍ਰਤਾਪ ਹੈ ਕਿ ਉਹ ਸਾਰੇ ਜਨਮਾਂ ਜਨਮਾਂਤਰਾਂ ਦੇ ਪਾਪ ਖਤਮ ਕਰ ਦਿੰਦਾ ਹੈ। ਜਿਹੜੇ ਸ਼ਰਧਾ ਭਾਵਨਾ ਕਰਕੇ ਸਤਿਗੁਰੂ ਦਾ ਨਾਮ ਜਪਦੇ ਹਨ, ਸਿਮਰਨ ਕਰਦੇ ਹਨ। ਕਿਉਂਕਿ ਕਈ ਵਾਰ ਸਾਡੇ ਮਨ ਦਾ ਭੁਲੇਖਾ ਹੁੰਦਾ ਹੈ, ਅਸੀਂ ਤਾਂ ਕੋਈ ਪਾਪ ਕੀਤਾ ਹੀ ਨਹੀਂ। ਪਰ ਹਜ਼ੂਰ ਫਰਮਾਉਂਦੇ ਹਨ, ਜਨਮ ਜਨਮ ਕੀ ਇਸ ਮਨ ਕੋ ਮਲ ਲਾਗੀ, ਕਾਲਾ ਹੋਆ ਸਿਆਓ। ਇਹ ਤੇ ਭਾਈ ਜਨਮਾਂ ਜਨਮਾਂਤਰਾਂ ਦੀ ਮਾਲ ਧਾਰਨ ਕਰੀ ਬੈਠਾ ਹੈ
ਕਿਸ ਗੱਲ ਦਾ ਮਾਣ ਕਰਨਾ ਹੈ ਕਿ ਅਸੀਂ ਕੋਈ ਪਾਪ ਹੀ ਨਹੀਂ ਕੀਤਾ। ਨਹੀਂ, ਸਤਿਗੁਰੂ 'ਤੇ ਕਿਰਪਾ ਕਰਦੇ ਹਨ ਕਿ ਸਤਿਗੁਰੂ ਦੇ ਚਰਨਾਂ ਵਿੱਚ ਅਰਦਾਸ ਕਰਨੀ, ਬੇਨਤੀ ਕਰਨੀ, ਸ਼ਰਧਾ ਭਾਵਨਾ ਧਾਰਨੀ। ਸੋ ਪ੍ਰੇਮ ਦੇ ਨਾਲ ਵਾਹਿਗੁਰੂ ਦਾ ਜੋ ਸਿਮਰਨ ਕਰਨਾ ਹੈ, ਉਸ ਦੇ ਨਾਲ ਜਨਮਾਂ ਜਨਮਾਂਤਰਾਂ ਦੇ ਪਾਪ ਲਹਿ ਜਾਂਦੇ ਹਨ। ਇੱਕ ਵਾਰੀ ਕਲਗੀਧਰ ਪਾਤਸ਼ਾਹ ਜੀ ਨੂੰ ਪੁੱਛਿਆ ਸੀ ਭਾਈ ਦਇਆ ਸਿੰਘ ਜੀ ਨੇ, ਮਹਾਰਾਜ ਸੱਚੇ ਪਾਤਸ਼ਾਹ ਜੀ ਆਪ ਬਖਸ਼ਿਸ਼ ਕਰੋ, ਕਿਰਪਾ ਕਰੋ ਕਿ ਇਹ ਜਿਹੜੇ ਇੰਨੇ ਪਿਛਲੇ ਜਨਮਾਂ ਦੇ ਸੰਚਿਤ ਕਰਮ ਹਨ, ਉਹਦੇ ਕਰਕੇ ਜਿਹੜਾ ਮਨ ਗਰਦਿਸ਼ ਦੇ ਨਾਲ ਭਰਿਆ ਹੋਇਆ ਹੈ, ਉਹਦੀ ਮੈਲ ਕਿਵੇਂ ਲਹਿ ਸਕਦੀ ਹੈ। ਤਾਂ ਸਤਿਗੁਰੂ ਪਾਤਸ਼ਾਹ ਜੀ ਨੇ ਕਿਰਪਾ ਕੀਤੀ ਸੀ ਕਿ ਭਾਈ ਜਿਹੜਾ ਗੁਰੂ ਕਾ ਸਿੱਖ ਤਿਆਰ ਬਰਤਿਆਰ ਰਹੇਗਾ, 5 ਬਾਣੀਆਂ ਦਾ ਨਿਤਨੇਮ, ਸੋ ਸ਼ਰਧਾ ਭਾਵਨਾ ਦੇ ਨਾਲ, ਲਗਨ ਦੇ ਨਾਲ ਚਿੱਤ ਜੋੜ ਕੇ ਕਰੇਗਾ, ਇੱਕ ਦਿਨ ਦੇ ਨਿਤਨੇਮ ਨਾਲ 100 ਸਾਲ ਦੇ, ਕਹਿੰਦੇ ਮਹਾਰਾਜ ਕਲਗੀਧਰ ਪਾਤਸ਼ਾਹ ਜੀ ਫਰਮਾਉਂਦੇ, 100 ਸਾਲ ਦੇ ਜਿਹੜੇ ਸੰਚਿਤ ਕਰਮਾਂ ਦੀ ਮੈਲ ਹੈ ਉਹ ਲਹਿ ਜਾਂਦੀ ਹੈ ਸਿਰਫ ਇੱਕ ਦਿਨ ਦੇ ਨਿਤਨੇਮ ਨਾਲ। ਸੋ 5 ਬਾਣੀਆਂ ਦੇ ਨਿਤਨੇਮ ਕਰਨ ਦਾ ਭਾਈ ਏਡਾ ਵੱਡਾ ਪ੍ਰਤਾਪ ਹੈ, ਏਡਾ ਵੱਡਾ ਫਲ ਹੈ। ਇਹ ਬਖਸ਼ਾਂ ਕੌਣ ਕਰ ਸਕਦਾ ਭਾਈ? ਇਹ ਤੇ ਧੰਨ ਗੁਰੂ ਨਾਨਕ ਸਾਹਿਬ ਦਾ ਦਰ ਹੀ ਹੈ ਜਿਹੜੀਆਂ ਏਡੀਆਂ ਵੱਡੀਆਂ ਬਖਸ਼ਾਂ ਕਰ ਸਕਦਾ ਹੈ। ਸੋ ਇਸ ਵਾਸਤੇ ਸਤਿਗੁਰੂ ਜੀ ਫਰਮਾਉਂਦੇ ਹਨ ਕਿ ਭਾਈ ਜਿਹੜਾ ਸਿਮਰਨ ਹੈ, ਨਾਮ ਦਾ ਜਪਣਾ ਹੈ, ਭਾਵ ਭਗਤੀ ਕਰਨੀ ਹੈ, ਇਸ ਦੇ ਨਾਲ ਜਨਮਾਂ ਜਨਮਾਂਤਰਾਂ ਦੀ ਮਨ ਤੋਂ ਮੈਲ ਲਹਿ ਜਾਂਦੀ ਹੈ। ਹਮ ਉੱਪਰ ਕਿਰਪਾ ਕਰ ਸੁਆਮੀ। ਅਰਦਾਸ ਕਰੀਏ ਹਮ ਸਾਡੇ ਉੱਪਰ ਵੀ। ਕਈ ਵਾਰ ਮਨ ਵਿੱਚ ਆਉਂਦਾ ਹੈ ਕਿ ਜਿੱਥੇ ਪਰਮੇਸ਼ਰ ਦਾ ਵਾਚਕ ਆਉਂਦਾ ਉੱਥੇ ਤੂੰ ਆਉਂਦਾ, ਜਿੱਥੇ ਸੰਗਤ ਦਾ ਵਾਚਕ ਆਉਂਦਾ ਉੱਥੇ ਬਹੁ ਗਿਣਤੀ ਬਹੁ ਵਚਨ ਆਉਂਦਾ ਹੈ। ਮਨ ਵਿੱਚ ਇਹ ਆਉਂਦਾ ਹੈ ਕਿ ਸ਼ਾਇਦ ਇਹ ਲਿਖਣ ਦੇ ਵਿੱਚ ਇੰਨਾ ਸੁਭਾਏਮਾਨ ਨਹੀਂ ਲੱਗਦਾ। ਕਈ ਵਾਰ ਭੁਲੇਖਾ ਖਾਂਦੇ ਅਸੀਂ, ਪਰ ਨਹੀਂ। ਜਿੱਥੇ ਭਗਤ ਜੀ ਨੇ ਕਿਹਾ ਕਬੀਰ ਤੂੰ ਤੂੰ ਕਰਤਾ ਤੂੰ ਹੁਆ, ਤੂੰ ਇੱਕ ਵਚਨ ਹੈ ਤੇ ਪਰਮਾਤਮਾ ਇੱਕੋ ਹੀ ਹੈ, ਉਹਦੇ ਵਰਗਾ ਕੋਈ ਹੋਰ ਨਹੀਂ। ਉਹਨੂੰ ਬਹੁ ਵਚਨ ਕਰਕੇ ਕਿਹਾ ਹੀ ਨਹੀਂ ਜਾ ਸਕਦਾ। ਤਾਂਜੇ ਮਹਾਰਾਜ ਨੇ ਜਦੋਂ ਬਾਣੀ ਆਰੰਭ ਕੀਤੀ, ਇੱਕ ਓੰਕਾਰ, ਉਹ ਇੱਕੋ ਹੀ ਹੈ। ਇਸ ਕਰਕੇ ਉਹਨੂੰ ਬਹੁ ਵਚਨ ਕਰਕੇ ਉਹਨੂੰ ਤੁਸੀਂ ਨਹੀਂ ਕਿਹਾ ਜਾ ਸਕਦਾ। ਤੁਸੀਂ ਹੋਵੇ ਤਾਂ ਭੁਲੇਖਾ ਪੈ ਜਾਏਗਾ ਕਿ ਕਿੰਨੇ ਜਾਣੇ ਨੇ, ਕਿੰਨੇ ਸਰੂਪ ਨੇ, ਕਿੰਨੀਆਂ ਸ਼ਕਤੀਆਂ ਨੇ। ਨਹੀਂ, ਉਹ ਇੱਕੋ ਹੀ ਸ਼ਕਤੀ ਹੈ। ਇਸ ਕਰਕੇ ਹਜ਼ੂਰ ਫਰਮਾਉਂਦੇ ਨੇ ਹਮ ਉੱਪਰ ਕਿਰਪਾ ਕਰ ਸੁਆਮੀ। ਸਾਡੇ ਜੀਵਾਂ ਦੇ ਉੱਪਰ, ਕਲਯੁਗੀ ਜੀਵਾਂ ਦੇ ਉੱਪਰ ਵੀ ਹੈ ਸੁਆਮੀ ਸਾਡੇ ਮਾਲਕ ਨਾਥ ਜੀ, ਸਾਡੇ ਉੱਪਰ ਵੀ ਕਿਰਪਾ ਕਰੋ, ਰਹਿਮਤ ਕਰੋ ਜੀ। ਰੱਖ ਸੰਗਤ ਤੁਮ ਜੋ ਪਿਆਰੀ। ਜੋ ਮਹਾਰਾਜ ਸੱਚੇ ਪਾਤਸ਼ਾਹ ਜੀ ਆਪ ਜੀ ਨਾਲ ਪਿਆਰ ਕਰਨ ਵਾਲੀ ਸੰਗਤ ਹੈ ਤੇ ਉਹਦੇ ਨਾਲ ਹੀ ਆਪ ਜੀ ਦਾ ਪਿਆਰ ਹੈ। ਸੋ ਉਸ ਸੰਗਤ ਵਿੱਚ ਸਾਨੂੰ ਰੱਖਣਾ ਕਰੋ। ਸਾਧ ਸੰਗਤ ਜੀ, ਜਦੋਂ ਅਸੀਂ ਸੰਗਤ ਵਿੱਚ ਆਉਣੇ ਆ ਨਾ, ਇਹ ਗੁਰੂ ਦੀ ਬਖਸ਼ਿਸ਼ ਹੁੰਦੀ। ਦਾਸ ਨੇ ਪਹਿਲਾਂ ਵੀ ਬੇਨਤੀ ਕੀਤੀ ਹੈ, ਸੰਗਤ ਵਿੱਚ ਆਉਣ ਦਾ ਕਿੱਡਾ ਵੱਡਾ ਮਹੱਤਵ ਹੈ ਕਿ ਜਦੋਂ ਅਸੀਂ ਸੰਗਤ ਵਿੱਚ ਆਉਂਦੇ ਹਾਂ, ਸੰਗਤ ਵਿੱਚ ਕਈ ਗੁਰੂ ਕੇ ਪਿਆਰੇ ਇਹੋ ਜਿਹੇ ਸਜੇ ਹੁੰਦੇ ਹਨ ਜਿਹੜੇ ਪੱਕੇ ਨੇਮੀ ਪ੍ਰੇਮੀ ਹਨ, ਜਿਨ੍ਹਾਂ ਨੇ ਪ੍ਰੇਮ ਦੇ ਨਾਲ ਨਿਤਾ ਪ੍ਰਤੀ ਸੁਖਮਨੀ ਸਾਹਿਬ ਜੀ ਦੇ ਪਾਠ, ਆਸਾ ਜੀ ਦੀ ਵਾਰ ਦੇ ਪਾਠ, 5 ਗ੍ਰੰਥੀ ਦੇ ਨਿਤਨੇਮ, ਇਹ ਤਾਂ ਆਦਿਕ ਬਹੁਤ ਮਹਾਰਾਜ ਦੀ ਬਖਸ਼ਿਸ਼ ਵਾਲੀਆਂ ਰੂਹਾਂ ਸੰਗਤ ਵਿੱਚ ਸਜੀਆਂ ਹੁੰਦੀਆਂ। ਬਹੁਤ ਸੇਵਾਦਾਰ ਸਜੇ ਹੁੰਦੇ ਨੇ ਜਿਨ੍ਹਾਂ ਨੇ ਸਾਰੀ ਰਾਤ ਸੇਵਾ ਕੀਤੀ ਹੁੰਦੀ ਆ ਅਤੇ ਅੰਮ੍ਰਿਤ ਵੇਲੇ ਗੁਰੂ ਕੀ ਸੰਗਤ ਕਰਦੇ ਨੇ। ਇਹੋ ਜਿਹੇ ਕਈਆਂ ਦੇ ਭਾਈ ਸਾਰੀਆਂ ਉਮਰਾਂ ਲੰਘ ਜਾਂਦੀਆਂ ਭਾਵ ਭਗਤੀ ਕਰਦੀਆਂ, ਉਹ ਸੰਗਤ ਵਿੱਚ ਬੈਠੇ ਨੇ। ਜਦੋਂ ਇਹੋ ਜਿਹੇ ਗੁਰੂ ਕੇ ਗੁਰਮੁਖ ਪਿਆਰੇ ਸੰਗਤ ਵਿੱਚ ਬੈਠੇ ਹੁੰਦੇ ਨਾ, ਤਾਂ ਉਹ ਸੰਗਤ ਦਾ ਸਾਰਾ ਆਲਾ ਦੁਆਲਾ ਮਾਹੌਲ ਹੀ ਸਤਸੰਗਤੀ ਬਣ ਜਾਂਦਾ ਹੈ ਅਤੇ ਉਹਦੇ ਵਿੱਚ ਬਹੁਤ ਸਾਰੇ ਗੁਰਮੁਖ ਪਿਆਰੇ ਨਵੇਂ ਆਉਂਦੇ ਨੇ। ਸੋ ਉਹਨਾਂ ਉੱਪਰ ਵੀ ਉਹਦਾ ਅਸਰ ਹੁੰਦਾ, ਉਹ ਸੰਗਤ ਦਾ ਅਸਰ ਹੁੰਦਾ ਹੈ। ਜਿਹੜੇ ਨਵੇਂ ਆ ਕੇ ਲੱਗਦੇ ਅਸੀਂ ਸੰਗਤ ਵਿੱਚ ਆਏ, ਅੱਜ ਹੀ ਆਏ ਹਾਂ, ਅਤੇ ਉਹਦੇ ਮਨ ਵਿੱਚ ਵੀ ਆਉਂਦਾ ਹੈ ਵੀ ਆਹ ਵੇਖੋ ਕਿਵੇਂ ਚੌਂਕੜੇ ਮਾਰ ਕੇ ਗੁਰੂ ਕੇ ਸਿੱਖ ਸਜੇ ਨੇ, ਅਤੇ ਮੈਨੂੰ ਵੀ ਮੈਂ ਅੱਜ ਹੀ ਕਿਉਂ ਆਇਆ, ਮੈਂ ਪਹਿਲਾਂ ਕਿਉਂ ਨਹੀਂ ਆਇਆ, ਮੈਨੂੰ ਤਾਂ ਰੋਜ਼ ਆਉਣਾ ਚਾਹੀਦਾ। ਪਰ ਸਾਧ ਸੰਗਤ, ਕਈ ਵਾਰ ਅਸੀਂ ਬਹੁਤ ਵੱਡੇ ਇਕੱਠਾਂ ਵਿੱਚ ਜਾਂਦੇ ਹਾਂ, ਗੁਰੂ ਕੀਆਂ ਸੰਗਤਾਂ ਦੀਆਂ ਬਹੁਤ ਭੀੜਾਂ ਹੁੰਦੀਆਂ ਹਨ। ਜਦੋਂ ਉੱਥੇ ਜਾਂਦੇ ਹਾਂ, ਬਿਲਕੁਲ ਇਹਨਾਂ ਗੱਲਾਂ ਦਾ ਖਿਆਲ ਰੱਖਣਾ ਚਾਹੀਦਾ। ਸੋ ਪ੍ਰਬੰਧਕਾਂ ਨੂੰ ਵੀ, ਪ੍ਰਚਾਰਕਾਂ ਨੂੰ ਵੀ, ਕਥਾਵਾਚਕਾਂ ਨੂੰ ਵੀ
ਜਿੰਨਾ ਵੱਡਾ ਵਿਅਕਤੀ ਆ ਜਾਵੇ ਗੁਰੂ ਕੀ ਸੰਗਤ ਵਿੱਚ, ਕਿਸੇ ਵੀ ਗੁਰੂ ਕੇ ਪਿਆਰੇ ਨੇ ਉੱਠ ਕੇ ਉਹਨੂੰ ਫਤਿਹ ਨਹੀਂ ਬੁਲਾਉਣੀ, ਉੱਠ ਕੇ ਉਹਦਾ ਸਤਿਕਾਰ ਨਹੀਂ ਕਰਨਾ। ਅਸੀਂ ਗੁਰੂ ਦੇ ਦਰ ਵਿੱਚ ਬੈਠੇ ਹਾਂ ਭਾਈ, ਜੇ ਅਸੀਂ ਗੁਰੂ ਦੇ ਦਰ ਤੋਂ ਉੱਠ ਕੇ ਉਹਦਾ ਸਤਿਕਾਰ ਕਰਾਂਗੇ ਤਾਂ ਫਿਰ ਇਹ ਗੁਰੂ ਸਾਹਿਬ ਦੀ ਨਰਾਦਰੀ ਆ, ਇਹ ਕਦੇ ਵੀ ਨਹੀਂ ਕਰਨਾ। ਹਾਂ, ਜੇ ਕੋਈ ਗੁਰੂ ਕਾ ਪਿਆਰਾ ਨਾਮ ਰਸੀਆ ਸੰਤ ਭਗਤ ਆਉਂਦਾ ਹੈ, ਉਹਦਾ ਸਭ ਤੋਂ ਵੱਡਾ ਸਤਿਕਾਰ ਕੀ ਹੈ ਕਿ ਗੁਰੂ ਕੀ ਸੰਗਤ ਵਿੱਚ ਜੈਕਾਰਾ ਬੁਲਾ ਦੇਣਾ ਉਹਦੀ ਆਮਦ 'ਤੇ। ਇਹ ਸਭ ਤੋਂ ਵੱਡਾ ਸਤਿਕਾਰ ਹੈ ਅਤੇ ਇਹ ਗੁਰਸਿੱਖਾਂ ਦੀ ਰੀਤ ਹੈ। ਇਸ ਵਾਸਤੇ ਭਾਈ ਫਿਰ ਜਦੋਂ ਆਉਣਾ ਹੈ, ਜੇ ਕੋਈ ਮਹਾਂਪੁਰਖ ਆਉਂਦਾ ਹੈ, ਜੇ ਕੋਈ ਭਾਈ ਸਤਿਕਾਰਯੋਗ ਹਸਤੀ ਆਉਂਦੀ ਹੈ, ਉਹਨੂੰ ਯੋਗ ਥਾਂ ਦੇ ਦਿਓ ਬੈਠਣ ਵਾਸਤੇ, ਵੀ ਭਾਈ ਆ ਜਾ ਇੱਥੇ ਬੈਠ। ਅਤੇ ਨਹੀਂ ਤਾਂ ਭਾਈ ਅਸੀਂ ਜਿਵੇਂ ਆਉਣੇ ਆ ਅੱਗੇ ਬੈਠਣ ਦਾ ਯਤਨ ਨਾ ਕਰੀਏ, ਜਿੱਥੇ ਜਿੱਥੇ ਜਗ੍ਹਾ ਮਿਲਦੀ ਆ ਉੱਥੇ ਬੈਠੀਏ। ਸਭ ਤੋਂ ਪਹਿਲਾਂ ਆ ਕੇ ਸ਼ਰਧਾ ਪੂਰਵਕ ਧੰਨ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੱਥਾ ਟੇਕੀਏ। ਜਦੋਂ ਅਸੀਂ ਸਤਿਗੁਰੂ ਦੇ ਚਰਨਾਂ ਵਿੱਚ ਆਪਣਾ ਸੀਸ ਝੁਕਾਵਾਂਗੇ, ਇਹ ਵੀ ਬੜੇ ਤਰੀਕੇ ਅਪਣਾ ਲਏ ਸੰਗਤ ਨੇ। ਕਈ ਦੂਰੋਂ ਹੀ ਖੜ੍ਹ ਕੇ ਇੱਕ ਉਂਗਲ ਜਾਂ ਦੋ ਉਂਗਲਾਂ ਧਰਤੀ 'ਤੇ ਲਾ ਕੇ ਉਹਨੂੰ ਆਪਣੇ ਸਿਰ ਨੂੰ, ਮੱਥੇ ਨੂੰ ਲਾ ਲੈਂਦੇ ਆ, ਛਾਤੀ ਨੂੰ ਲਾ ਦਿੰਦੇ ਆ। ਸਾਧ ਸੰਗਤ ਜੀ, ਇਹ ਗੁਰਸਿੱਖਾਂ ਦੀ ਰੀਤ ਨਹੀਂ। ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦਾ, ਧੰਨ ਕਲਗੀਧਰ ਪਾਤਸ਼ਾਹ ਜੀ ਦਾ, ਦਸਾਂ ਹੀ ਪਾਤਸ਼ਾਹੀਆਂ ਦੀ ਆਤਮਿਕ ਸਰੂਪ ਕਹਿ ਕੇ ਅਸੀਂ ਰੋਜ਼ ਅਰਦਾਸ ਕਰਦੇ ਹਾਂ ਕਿ ਦਸਾਂ ਪਾਤਸ਼ਾਹੀਆਂ ਦੇ ਆਤਮਿਕ ਸਰੂਪ ਧੰਨ ਗੁਰੂ ਗ੍ਰੰਥ ਸਾਹਿਬ ਜੀ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ। ਅਸੀਂ ਇਸ ਤਰ੍ਹਾਂ ਬੋਲਦੇ ਹਾਂ। ਇਸ ਕਰਕੇ ਜਦੋਂ ਨਮਸਕਾਰ ਕਰਨੀ, ਮੱਥਾ ਟੇਕਣਾ ਹੈ ਤਾਂ ਦਸਾਂ ਪਾਤਸ਼ਾਹੀਆਂ ਦਾ ਸਰੂਪ ਸਮਝ ਕੇ, ਪ੍ਰਤੱਖ ਸਰੂਪ ਸਮਝ ਕੇ ਇਹ ਸਮਝਣਾ ਕਿ ਜਦੋਂ ਅਸੀਂ ਧਰਤੀ 'ਤੇ ਮੱਥਾ ਲਾ ਰਹੇ ਹਾਂ ਥੱਲੇ, ਅਤੇ ਅਸੀਂ ਧੰਨ ਗੁਰੂ ਨਾਨਕ ਸਾਹਿਬ ਦੇ ਚਰਨਾਂ 'ਤੇ ਮੱਥਾ ਟੇਕ ਰਹੇ ਹਾਂ। ਇਹ ਮਨ ਵਿੱਚ ਸ਼ਰਧਾ ਰੱਖਣੀ ਹੈ। ਦੋਨੇ ਹੱਥ ਧਰਤੀ 'ਤੇ ਲਾ ਕੇ, ਦੋਨੇ ਗੋਡੇ ਧਰਤੀ 'ਤੇ ਲਾ ਕੇ, ਪੈਰ ਲਾ ਕੇ, ਅਤੇ ਸ਼ਰਧਾ ਦੇ ਨਾਲ ਜਦੋਂ ਮੱਥਾ ਟੇਕਾਂਗੇ, ਇਹ ਪ੍ਰਵਾਨ ਹੁੰਦਾ ਸਤਿਗੁਰੂ, ਸਾਡੇ ਅੰਦਰ ਵੀ ਸ਼ਰਧਾ ਭਾਵਨਾ ਪੈਦਾ ਹੁੰਦੀ ਹੈ। ਅਤੇ ਜਿਹੜੀ ਸੰਗਤ ਦੇਖਦੀ ਹੈ, ਜਿਹੜੇ ਗੁਰਮੁਖ ਪਿਆਰੇ ਨਵੇਂ ਆਏ ਆ, ਉਹਨਾਂ ਨੂੰ ਵੀ ਇਹ ਸਬਕ ਮਿਲਦਾ ਹੈ, ਸਿੱਖਿਆ ਮਿਲਦੀ ਹੈ ਕਿ ਸੰਗਤ ਵਿੱਚ ਇਸ ਤਰ੍ਹਾਂ ਆਈਦਾ, ਇਸ ਤਰ੍ਹਾਂ ਮੱਥਾ ਟੇਕੀਦਾ। ਅਤੇ ਫਿਰ ਭਾਈ ਜਿੱਥੇ ਜਗ੍ਹਾ ਮਿਲੇ ਪਿੱਛੇ ਬੈਠਣ ਦਾ ਯਤਨ ਕਰੋ ਕਿ ਉਦੋਂ ਪਿੱਛੇ ਬਹਿ ਜਾਈਏ, ਉਦੋਂ ਪਿੱਛੇ ਬਹਿ ਜਾਈਏ। ਅਤੇ ਮਨ ਵਿੱਚ ਇਹ ਪਰਿਪੱਕ ਭਰੋਸਾ ਲੈ ਕੇ ਸੰਗਤ ਵਿੱਚ ਬੈਠਣਾ ਹੈ ਕਿ ਅਸੀਂ ਇੱਥੋਂ ਕੁਛ ਸਿੱਖ ਕੇ ਜਾਣਾ, ਕਿਉਂਕਿ ਅਸੀਂ ਤਾਂ ਭਰੇ ਹੋਏ ਹਾਂ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਦੇ। ਅਤੇ ਇੱਥੇ ਚਰਨਾਂ ਵਿੱਚ, ਮਹਾਰਾਜ ਦੇ ਚਰਨਾਂ ਵਿੱਚ ਅਰਦਾਸ ਕੀ ਕਰਨੀ ਹੈ? ਕਾਮ, ਕ੍ਰੋਧ, ਲੋਭ, ਝੂਠ, ਨਿੰਦਾ, ਇਨ ਤੇ ਆਪ ਛਡਾਵੋ। ਇਹ ਭੀਤਰ ਤੇ ਇनको ਡਾਰੋ, ਆਪਨ ਨਿਕਟ ਬੁਲਾਵੋ, ਆਪਣੀ ਵਿਧ ਆਪ ਜਨਾਵੋ। ਮਹਾਰਾਜ ਆਪਣੀ ਵਿਧੀ, ਆਪਣੀ ਜੁਗਤੀ ਆਪ ਹੀ ਕਿਰਪਾ ਕਰਕੇ ਵਰਤਾ ਦਿਓ। ਸਾਡੇ ਅੰਦਰ ਤਾਂ ਇਹ ਸ਼ਕਤੀ ਨਹੀਂ, ਸਾਡੇ ਅੰਦਰ ਮਹਾਰਾਜ ਸੱਚੇ ਪਾਤਸ਼ਾਹ ਇਹ ਬਲ ਨਹੀਂ, ਅਤੇ ਸਾਡੇ ਅੰਦਰੋਂ ਇਹ ਵਿਰੋਧੂ ਤੱਤ ਕੱਢ ਕੇ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ, ਨਿੰਦਿਆ, ਚੁਗਲੀ, ਈਰਖਾ ਦੂਰ ਕਰਕੇ ਸਤ, ਸੰਤੋਖ, ਦਇਆ, ਧੀਰਜ, ਖਿਮਾ, ਸ਼ੁਭ ਵਿਚਾਰ, ਪਰਉਪਕਾਰ, ਇਹ ਮਹਾਰਾਜ ਸੱਚੇ ਪਾਤਸ਼ਾਹ ਜੀ ਸਾਨੂੰ ਬਖਸ਼ ਦਿਓ। ਜਦੋਂ ਇਹ ਮਨ ਵਿੱਚ ਦ੍ਰਿੜਤਾ ਦੇ ਨਾਲ, ਅਸੀਂ ਪ੍ਰਪੱਕਤਾ ਦੇ ਨਾਲ ਸਜਾਂਗੇ ਕਿ ਇਹ ਧੰਨ ਗੁਰੂ ਗ੍ਰੰਥ ਸਾਹਿਬ ਜੀ ਸਾਡੇ 'ਤੇ ਇਹ ਮਹਾਰਾਜ ਕਿਰਪਾ ਕਰੋ ਕਿ ਸਾਡੇ ਮਨ ਵਿੱਚ ਨਿਤਨੇਮ ਕਰਨ ਦਾ ਬਲ ਆਵੇ, ਉਦਮ ਆਵੇ, ਸੇਵਾ ਕਰਨ ਦਾ ਚਾਉ ਪੈਦਾ ਹੋਵੇ। ਜਦੋਂ ਪ੍ਰਪੱਕਤਾ ਦੇ ਨਾਲ ਇਹ ਬਚਨ ਸੁਣਾਂਗੇ, ਸਾਧ ਸੰਗਤ ਜੀ, ਸੱਚਖੰਡ ਵਾਸੀ ਸੰਤ ਬਾਬਾ ਕਰਤਾਰ ਸਿੰਘ ਜੀ ਖਾਲਸਾ ਪਿੰਡਰਾਂ ਵਾਲੇ ਮਹਾਂਪੁਰਖ ਸੰਗਤ ਵਿੱਚ ਹੀ ਇਹ ਬਚਨ ਕਿਹਾ ਕਰਦੇ ਸਨ ਕਿ ਸਾਡੇ ਮਨ ਵਿੱਚ ਕੋਈ ਇੱਛਾ ਹੈ, ਕੋਈ ਸ਼ੰਕਾ ਹੈ, ਕੋਈ ਪ੍ਰਸ਼ਨ ਹੈ, ਕੋਈ ਭਰਮ ਹੈ, ਭੁਲੇਖਾ ਹੈ, 7 ਦਿਨ ਕਥਾ ਸੁਣ ਲਓ। 7 ਦਿਨ ਸ਼ਰਧਾ ਭਾਵਨਾ ਧਾਰ ਕੇ ਕਹਿੰਦੇ ਭਾਈ ਪੁੱਛਣ ਦੀ ਲੋੜ ਨਹੀਂ। ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਘਟ ਘਟ ਕੇ ਅੰਤਰ ਕੀ ਜਾਣਤ, ਭਲੇ ਬੁਰੇ ਕੀ ਪੀਰ ਪਛਾਣਤ। ਸਤਿਗੁਰੂ ਜੀ ਸਭ ਜਾਣਦੇ ਨੇ। ਸੋ ਉਹ ਆਪੇ ਹੀ ਆਪਣੇ ਪ੍ਰਸ਼ਨ ਦਾ ਗੁਰਬਾਣੀ ਦੇ ਵਿੱਚੋਂ ਬਹੁਤ ਸੁੰਦਰ ਪ੍ਰਭਾਵਸ਼ਾਲੀ ਸਾਨੂੰ ਉੱਤਰ ਦੇ ਕੇ ਐਨ ਸਾਡੀ ਤਸੱਲੀ ਕਰਾ ਦੇਣਗੇ। ਪਰ 7 ਦਿਨ ਸ਼ਰਧਾ ਦੇ ਨਾਲ ਕਥਾ ਸੁਣੋ। ਮਹਾਰਾਜ ਕਹਿੰਦੇ ਵੀ, ਮਹਾਂਪੁਰਖ ਕਹਿੰਦੇ ਭਾਈ ਪੁੱਛਣ ਦੀ ਲੋੜ ਨਹੀਂ। ਹਾਂ 7 ਦਿਨਾਂ ਤੋਂ ਬਾਅਦ ਸੋਚੋ ਵੀ ਹਾਂ ਆਹ ਤਾਂ ਮੇਰੇ ਮਨ ਦੀ ਗੱਲ ਹੀ ਕਹਿ ਦਿੱਤੀ। ਕਹਿੰਦਾ ਕੌਣ ਨੇ? ਕਹਿੰਦੇ ਨੇ ਧੰਨ ਗੁਰੂ ਗ੍ਰੰਥ ਸਾਹਿਬ ਜੀ ਆਪ, ਉਹ ਕਹਾਉਂਦੇ ਨੇ। ਸੋ ਇਸ ਵਾਸਤੇ
ਇਹ ਗੁਰੂ ਕੇ ਸਿੱਖਾਂ ਦੀ ਮਰਜ਼ਾਦਾ ਹੈ। ਜਦੋਂ ਅਸੀਂ ਸੰਗਤ ਵਿੱਚ ਆਵਾਂਗੇ ਤੇ ਫਿਰ ਕਿੰਨਾ ਹੀ ਚਿਰ ਇੱਥੋਂ ਸੰਗਤ ਵਿੱਚੋਂ ਜਾਣ ਤੋਂ ਘਰੇ ਜਾ ਕੇ ਵੀ ਇਹ 24 ਘੰਟੇ ਸਾਡੇ ਮਨ ਦੇ ਵਿੱਚ ਇਹਨਾਂ ਗੱਲਾਂ ਦਾ ਅਸਰ ਰਹੇਗਾ। ਤੇ ਜੇ ਭਾਈ ਮਨ ਦੇ ਵਿੱਚ ਚੰਚਲਤਾ ਰਹੀ, ਮਨ ਇੱਥੇ ਖੜਾ ਹੀ ਨਾ, ਮਨ ਹਾਜ਼ਰ ਹੀ ਨਾ ਹੋਇਆ, ਫਿਰ ਤੇ ਸਾਧ ਸੰਗਤ ਬੱਧਾ ਚੱਟੀ ਜੋ ਭਰੇ, ਨਾ ਗੁਣ ਨਾ ਉਪਕਾਰ, ਨਾ ਤੇ ਅਸੀਂ ਕਿਸੇ ਨੂੰ ਇੱਥੋਂ ਸਿੱਖਿਆ ਲਈ ਗਾਂ ਦੱਸ ਸਕਦੇ ਹਾਂ ਵੀ ਕੀ ਸਿੱਖਿਆ ਲਈ ਭਾਈ ਸੰਗਤ ਵਿੱਚ ਗਿਆ ਸੀ, ਕਿਹੜੀ ਸਾਖੀ ਸੁਣੀ, ਕੀ ਮਹਾਰਾਜ ਦਾ ਉਪਦੇਸ਼ ਆਇਆ, ਉਹ ਵੀ ਨਹੀਂ ਚੇਤੇ ਰਹਿ ਸਕਦਾ। ਹਾਂ, ਜੇ ਅਸੀਂ ਇੱਥੇ ਰਹਿ ਕੇ ਮਨ ਚਿੱਤ ਜੋੜ ਕੇ ਸੁਣਿਆ ਤੇ ਕਈਆਂ ਨੂੰ ਸੁਣਾ ਦਿਆਂਗੇ, ਸਾਡਾ ਹੋਰ ਵੀ ਭਲਾ ਹੋਵੇਗਾ। ਜਿੰਨਿਆਂ ਨੂੰ ਸੁਣਾਵਾਂਗੇ ਇਹ ਸਾਡੀ ਸੰਥਿਆ ਹੈ, ਇਹ ਹੋਰ ਪਰਪੱਕ ਹੋ ਜਾਵੇਗੀ ਜਿੰਨਿਆਂ ਨੂੰ ਸੁਣਾਵਾਂਗੇ। ਇਸ ਵਾਸਤੇ ਜਿੰਨਿਆਂ ਨੂੰ ਸੁਣਾ ਕੇ ਪਰਪੱਕਤਾ ਮਾਨ ਵਿੱਚ ਧਾਰਨ ਕਰ ਲਵਾਂਗੇ ਤੇ ਸੰਗਤ ਕੀਤੀ ਦਾ ਹੋਰ ਵੀ ਬਹੁਤਾ ਅਸਰ ਹੋਵੇਗਾ। ਇਸੇ ਵਾਸਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਕਿਹਾ ਹੈ ਨਾ ਕਿ ਜਿਹੜਾ ਨਾਮ ਹੈ ਨਾ, ਇਹ ਨਾਮ ਦਾ ਖਜ਼ਾਨਾ ਇਹੋ ਜਿਹਾ ਹੈ, ਇਹਦਾ ਟੋਟਾ ਨਹੀਂ ਆਉਣਾ। ਜਿੰਨਾ ਵਰਤਾਵਾਂਗੇ ਇਹ ਵਧੂਗਾ। ਇਹ ਜਿੰਨਾ ਸੰਗਤ ਦਾ ਉਪਦੇਸ਼, ਵਾਹਿਗੁਰੂ ਨਾਮ ਦਾ ਉਪਦੇਸ਼ ਜਿੰਨਾ ਅਸੀਂ ਵਰਤਾਵਾਂਗੇ ਉਨਾ ਸਾਡੇ ਕੋਲ ਖਜ਼ਾਨਾ ਹੋਰ ਵੱਧਦਾ ਜਾਊਗਾ। ਇਹ ਇੱਕੋ ਇੱਕ ਖਜ਼ਾਨਾ ਹੈ ਜਿਹੜਾ ਮੁੱਕਦਾ ਨਹੀਂ, ਵੱਧਦਾ ਹੈ। ਸੋ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਸਾਨੂੰ ਸਮਝਾਇਆ, ਪਿਓ ਦਾਦੇ ਕਾ ਖੋਲ ਡਿੱਠਾ ਖਜ਼ਾਨਾ ਤਾਂ ਮੇਰੇ ਮਨ ਭਇਆ ਨਿਧਾਨਾ। ਇਹ ਭਾਈ ਕਹਿੰਦੇ ਇਹ ਜਦੋਂ ਖੋਲ੍ਹ ਕੇ ਦੇਖਿਆ ਨਾ ਸਾਡੇ ਪਾਸ ਇੰਨਾ ਖਜ਼ਾਨਾ ਹੈ, ਤੇ ਅਖੀਰ 'ਚ ਫਰਮਾਉਂਦੇ ਨੇ ਖਾਵੋ ਖਰਚੋ ਰਲ ਮਿਲ ਭਾਈ ਤੋਟ ਨਾ ਆਵੈ ਵੱਧੋ ਜਾਈ। ਇਹ ਵੱਧਦਾ ਹੀ ਜਾਵੇਗਾ। ਇਸ ਵਾਸਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਿਰਪਾ ਕਰਦੇ ਹਨ ਕਿ ਭਾਈ ਜਿਹੜੇ ਸਤਿਗੁਰੂ ਪਾਤਸ਼ਾਹ ਜੀ ਦੀ ਐਸੀ ਕਿਰਪਾ ਹੁੰਦੀ ਹੈ ਕਿ ਸੁਆਮੀ ਹੇ ਮਾਲਕ ਸਾਨੂੰ ਆਪਣੀ ਸੰਗਤ ਵਿੱਚ ਰੱਖ, ਕਸੰਗਤ ਤੋਂ ਬਚਾ ਮਹਾਰਾਜ। ਜਦੋਂ ਤੇਰੀ ਸੰਗਤ ਵਿੱਚ ਆਵਾਂਗੇ ਫਿਰ ਬਹੁਤ ਸਾਰੇ ਗੁਣਾਂ ਦਾ ਖਜ਼ਾਨਾ ਆਪ ਜੀ ਬਖਸ਼ਿਸ਼ ਕਰ ਦੇਵੋਗੇ ਜੀ। ਹਰ ਗੁਣ ਕਹਿ ਨਾ ਸਕਉ ਬਨਵਾਰੀ। ਭਾਵੇਂ ਹੇ ਸੰਸਾਰ ਬਾਗ ਦੇ ਮਾਲਕ ਸੁਆਮੀ, ਸਾਰੇ ਗੁਣ ਤਾਂ ਨਹੀਂ ਕਹੇ ਜਾ ਸਕਦੇ ਤੇਰੇ, ਕਵਣ ਕਵਣ ਗੁਣ ਕਹਿ ਕੇ ਗਾਵਾਂ ਤੂੰ ਸਾਹਿਬ ਗੁਣੀ ਨਿਧਾਨਾ। ਤੇਰੇ ਗੁਣ ਤਾਂ ਨਹੀਂ ਕਹੇ ਜਾ ਸਕਦੇ, ਤੇਰੇ ਗੁਣ ਬਹੁਤੇ ਮੈਂ ਏਕ ਨਾ ਜਾਤਾ। ਬਹੁਤੇ ਗੁਣ ਨੇ ਮਹਾਰਾਜ, ਪਰ ਮਹਾਰਾਜ ਸੱਚੇ ਪਾਤਸ਼ਾਹ ਜਦੋਂ ਤੇਰੀ ਸੰਗਤ ਵਿੱਚ ਆਵਾਂਗੇ ਤਾਂ ਫਿਰ ਆਪ ਜੀ ਕਿਰਪਾ ਕਰੋਗੇ, ਇਹਦੇ ਵਿੱਚ ਆਪ ਜੀ ਦੀ ਬਖਸ਼ਿਸ਼ ਹੋਵੇਗੀ। ਇਹ ਸਾਡੇ ਉੱਪਰ ਜਦੋਂ ਕਿਰਪਾ ਕੀਤੀ ਨੇ ਮਹਾਰਾਜ, ਆਪ ਜੀ ਨੇ ਸੰਗਤ ਵਿੱਚ ਰੱਖ ਲਿਆ ਤੇ ਫਿਰ ਆਪ ਜੀ ਦੀ ਰਹਿਮਤ ਦੇ ਦੁਆਰਾ ਇਹ ਗੁਣ ਸਾਡੇ ਵਿੱਚ ਪ੍ਰਵੇਸ਼ ਕਰ ਜਾਣਗੇ ਜੀ। ਹਮ ਪਾਪੀ ਪਾਥਰ ਨੀਰ ਡੁੱਬਤ। ਜਿਵੇਂ ਪੱਥਰ ਜਿਹੜੇ ਹੈ ਉਹ ਪਾਣੀ ਵਿੱਚ ਡੁੱਬ ਜਾਂਦੇ, ਤਰਦੇ ਨਹੀਂ। ਇਸੇ ਤਰ੍ਹਾਂ ਮਹਾਰਾਜ ਸੱਚੇ ਪਾਤਸ਼ਾਹ ਜੀ ਸਾਡੀ ਬਿਰਤੀ ਪੱਥਰ ਦੀ ਨਿਆਈ ਹੈ। ਹਮ ਕਿਉਂਕਿ ਪੱਥਰ ਕਿਵੇਂ ਬਣ ਗਏ? ਕਿਉਂਕਿ ਪਾਪ ਹੀ ਪਾਪ ਕੀਤੇ, ਕੋਈ ਪੁੰਨ ਨਹੀਂ ਕੀਤਾ, ਪਰਉਪਕਾਰ ਨਹੀਂ ਕੀਤਾ। ਇਸ ਕਰਕੇ ਸਤਿਗੁਰੂ ਜੀ ਆਪ ਜੀ ਦੇ ਚਰਨਾਂ ਵਿੱਚ ਬੇਨਤੀ ਹੈ ਕਿ ਸਾਡੀ ਇਹ ਅਵਸਥਾ ਹੈ। ਜਦੋਂ ਸਾਡੇ ਵੱਲ ਤੱਕੋਗੇ ਮਹਾਰਾਜ ਸੱਚੇ ਪਾਤਸ਼ਾਹ ਜੀ, ਫਿਰ ਸਾਡੀ ਤਾਂ ਇਹੋ ਜਿਹੀ ਅਵਸਥਾ ਬਣ ਗਈ, ਇਹੋ ਜਿਹੇ ਸਾਡੇ ਹਾਲਾਤ ਹਨ ਕਿ ਸਾਡੇ ਵਿੱਚ ਇੱਕ ਵੀ ਗੁਣ ਨਹੀਂ। ਜਦੋਂ ਆਪ ਜੀ ਕਿਰਪਾ ਕਰੋਗੇ ਫਿਰ ਹੀ ਸਾਡਾ ਪਰਉਪਕਾਰ ਭਲਾ ਹੋ ਸਕਦਾ ਹੈ। ਇਸ ਵਾਸਤੇ ਹਮ ਪਾਪੀ ਪਾਥਰ ਨੀਰ ਡੁੱਬਤ ਹੈ। ਜਿਹੜੇ ਪਦਾਰਥਾਂ ਦੇ ਅਸੀਂ ਪਾਣੀ ਵਿੱਚ ਡੁੱਬ ਰਹੇ ਹਾਂ, ਸਾਡੀ ਜਿਹੜੀ ਬਿਰਤੀ ਆ ਪਦਾਰਥਵਾਦੀ ਬਣ ਗਈ ਮਹਾਰਾਜ, ਪਰਮਾਰਥਵਾਦੀ ਤੋਂ ਰਹਿ ਗਈ। ਇਸ ਵਾਸਤੇ ਸਾਡੇ ਉੱਪਰ ਕਿਰਪਾ ਕਰੋ ਸਤਿਗੁਰੂ ਜੀ, ਰਹਿਮਤ ਕਰੋ। ਕਿਉਂਕਿ ਜਦੋਂ ਆਪ ਜੀ ਦੀ ਰਹਿਮਤ ਹੋਵੇਗੀ ਮਹਾਰਾਜ ਸੱਚੇ ਪਾਤਸ਼ਾਹ ਜੀ ਆਪ ਜੀ ਦਾ ਤਾਂ ਫਿਰ ਬਿਰਦ ਹੈ, ਨਾਨਕ ਨਿਰਗੁਣ ਗੁਣ ਕਰੇ, ਗੁਣਵੰਤਿਆਂ ਗੁਣ ਦੇ। ਮਹਾਰਾਜ ਜੀ ਆਪ ਜੀ ਕਿਰਪਾ ਕਰਕੇ ਸਾਨੂੰ ਨਿਰਗੁਣਾਂ ਨੂੰ ਵੀ ਗੁਣਾਂ ਦੇ ਖਜ਼ਾਨੇ ਬਣਾ ਸਕਦੇ ਹੋ। ਕਰ ਕਿਰਪਾ ਪਾਖਣ ਹਮ ਤਾਰੀ। ਮਹਾਰਾਜ ਕਿਰਪਾ ਕਰਕੇ ਤਾਰੀ ਹੁੰਦਾ ਬੇੜੀ। ਮਹਾਰਾਜ ਸਾਨੂੰ ਪੱਥਰਾਂ ਨੂੰ ਵੀ ਬੇੜੀ ਉੱਪਰ ਬਿਠਾ ਕੇ ਆ ਮਹਾਰਾਜ ਸੱਚੇ ਪਾਤਸ਼ਾਹ ਜੀ ਸਮੁੰਦਰ ਤੋਂ ਪਾਰ ਕਰ ਦਿਓ। ਇਹ ਸਮੁੰਦਰ ਕੀ ਹੈ? ਜੋ ਸੰਸਾਰ ਸਮੁੰਦਰ ਹੈ। ਤੇ ਬੇੜੀ ਕਿਹੜੀ ਹੈ? ਵਾਹਿਗੁਰੂ ਨਾਮ ਜਹਾਜ਼ ਹੈ, ਚੜ੍ਹੇ ਸੋ ਉਤਰੇ ਪਾਰ। ਜਿਹੜੇ ਇਸ ਜਹਾਜ਼ ਵਿੱਚ ਚੜ੍ਹ ਗਏ ਉਹ ਭਾਈ ਸੰਸਾਰ ਰੂਪ ਸਮੁੰਦਰ ਤੋਂ ਪਾਰ ਹੋ ਜਾਂਦੇ ਨੇ। ਭਾਵੇਂ ਬਹੁਤ ਸਾਰੇ ਪਦਾਰਥਾਂ ਦਾ ਜਲ ਭਰਿਆ ਹੋਇਆ ਹੈ, ਇਸ ਜਲ ਤੋਂ ਮਹਾਰਾਜ ਡੁੱਬਣ ਤੋਂ ਬਚਾ ਲੈਂਦੇ ਨੇ।
ਜਿਹੜੇ ਪ੍ਰਮਾਤਮਾ ਦੇ ਨਾਮ ਰੂਪੀ ਜਹਾਜ਼ ਤੇ ਚੜ੍ਹ ਜਾਂਦੇ, ਬੇੜੀ ਤੇ ਚੜ੍ਹ ਜਾਂਦੇ ਨੇ। ਸਤਿਗੁਰੂ ਜੀ ਆਪ ਹੀ ਕਿਰਪਾ ਕਰੋ, ਰਹਿਮਤ ਕਰੋ, ਸਾਨੂੰ ਪਾਪੀਆਂ ਨੂੰ ਬਖਸ਼ ਕੇ ਮਹਾਰਾਜ ਸੱਚੇ ਪਾਤਸ਼ਾਹ ਜੀ ਆਪ ਆਪਣੇ ਗਲੇ ਨਾਲ ਲਾ ਕੇ, ਆਪਣੀ ਸ਼ਰਨ ਵਿੱਚ ਰੱਖ ਕੇ, ਆਪਣੀ ਨਾਮ ਰੂਪ ਬੇੜੀ ਦੇ ਉੱਪਰ ਮਹਾਰਾਜ ਚੜ੍ਹਾ ਕੇ ਪਾਰ ਉਤਾਰਾ ਕਰ ਦਿਓ ਜੀ ਸੰਸਾਰ ਸਮੁੰਦਰ ਤੋਂ। ਰਹਾਓ ਜਨਮ ਜਨਮ ਕੇ ਲਾਗੇ ਬਿਖ ਮੋਰਚਾ। ਸਤਿਗੁਰੂ ਜੀ ਵਿਸਰਾਮ ਦੇ ਕੇ ਫਰਮਾਉਂਦੇ ਹਨ ਕਿ ਜਨਮਾਂ ਜਨਮਾਤਰਾਂ ਤੋਂ ਮਹਾਰਾਜ ਸੱਚੇ ਪਾਤਸ਼ਾਹ ਜੀ ਸਾਡੇ ਇਸ ਮਨ ਨੂੰ, ਇਸ ਬਿਰਤੀ ਨੂੰ ਮੋਰਚਾ ਹੁੰਦਾ ਜੰਗਾਲ। ਜਨਮਾਂ ਜਨਮਾਤਰਾਂ ਦਾ ਜਿਵੇਂ ਲੋਹਾ ਪਿਆ ਹੋਵੇ ਨਾ, ਕਿ ਬਿਰਤੀ 'ਚ ਡਿੱਗ ਪਵੇ, ਥੱਲੇ ਪਿਆ ਹੋਵੇ, ਭਾਵੇਂ ਘਰ ਵਿੱਚ ਵੀ ਸਾਂਭ ਕੇ ਰੱਖਿਆ ਹੋਵੇ, ਉਹਨੂੰ ਪਏ ਪਏ ਨੂੰ ਜੰਗਾਲ ਲੱਗ ਜਾਂਦਾ। ਅਤੇ ਸਤਿਗੁਰੂ ਜੀ ਸੰਗਤ ਤੋਂ ਬਿਨਾਂ ਜਨਮਾਂ ਜਨਮਾਤਰਾਂ ਤੋਂ ਅਸੀਂ ਭੌਂਦੇ ਆਏ ਹਾਂ। ਬਹੁਤ ਸਾਰੀਆਂ ਅਸੀਂ ਜੂਨਾਂ ਕੱਢ ਕੇ ਹੁਣ ਮਨੁੱਖਾ ਜਨਮ ਨੂੰ ਪ੍ਰਾਪਤ ਕੀਤਾ ਹੈ, ਪਰ ਉਹਨਾਂ ਜਨਮਾਂ ਦੇ ਵਿੱਚ ਵੀ ਜਿਹੜੇ ਪਾਪ ਕੀਤੇ ਨਾ, ਉਹ ਪਾਪ ਦਾ ਜੰਗਾਲ ਸਾਡੀ ਆਤਮਾ ਨੂੰ ਚੰਬੜਿਆ ਹੋਇਆ, ਲੱਗਾ ਹੋਇਆ ਹੈ। ਮਹਾਰਾਜ ਸਾਡੀ ਹਾਲਤ ਇਹ ਹੈ ਜੀ, ਲੱਗ ਸੰਗਤ ਸਾਧ ਸਵਾਰੀ। ਜਿਵੇਂ ਭਾਵੇਂ ਲੋਹਾ ਕਿਹੋ ਜਿਹਾ ਵੀ ਹੋਵੇ, ਬੇਕਾਰ ਵੀ ਹੋ ਗਿਆ ਹੋਵੇ, ਪਰ ਜਦੋਂ ਉਹ ਪਾਰਸ ਨੂੰ ਸੋਹ ਜਾਂਦਾ ਹੈ ਅਤੇ ਉਹ ਸੋਨਾ ਬਣ ਜਾਂਦਾ। ਉਹ ਲੋਹੇ ਦੀ ਫਿਰ ਜਿਹੜੀ ਕੀਮਤ ਹੈ ਉਹ ਸੋਨੇ ਦੇ ਬਰਾਬਰ ਪੈ ਜਾਂਦੀ ਹੈ। ਇਸ ਵਾਸਤੇ ਮਹਾਰਾਜ ਜੀ ਅਸੀਂ ਤੇ ਜਨਮਾਂ ਜਨਮਾਤਰਾਂ ਤੋਂ ਬਹੁਤ ਸਾਰੇ ਪਾਪਾਂ ਦੇ ਲਿਬੜੇ ਹੋਏ ਹਾਂ, ਜੰਗਾਲ ਲੱਗਾ ਹੋਇਆ ਹੈ। ਅਤੇ ਕਿਰਪਾ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਜੀ ਆਪ ਜੀ ਦੀ ਰਹਿਮਤ ਹੋ ਜਾਵੇ। ਲੱਗ ਸੰਗਤ ਸਾਧ ਸਵਾਰੀ। ਜਦੋਂ ਆਪ ਜੀ ਦੀ ਸੰਗਤ ਨਾਲ ਲੱਗ ਗਏ, ਉਹਦੇ ਨਾਲ ਛੋ ਗਏ, ਉਹਦੀ ਸਾਨੂੰ ਸੰਗਤ ਪ੍ਰਾਪਤ ਹੋ ਗਈ, ਅਤੇ ਫਿਰ ਇਹ ਸਾਡਾ ਜਿਹੜਾ ਮਨ ਹੈ, ਜਿਹੜਾ ਜਨਮਾਂ ਜਨਮਾਤਰਾਂ ਦੀ ਮੈਲ ਦੇ ਨਾਲ, ਜੰਗਾਲ ਦੇ ਨਾਲ ਭਰਿਆ ਹੋਇਆ ਸੀ, ਉਸ ਨੂੰ ਆਪ ਜੀ ਨੇ ਸੁੱਧ ਕਰ ਦਿੱਤਾ। ਸੁੱਧ ਕਰਨ ਦੀ ਸਮਰੱਥਾ ਆਪ ਵਿੱਚ ਹੈ, ਆਪ ਜੀ ਦੀ ਸੰਗਤ ਵਿੱਚ ਹੈ। ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਕਿਰਪਾ ਕਰਕੇ ਸਾਧ ਸੰਗਤ ਵਿੱਚ, ਜਿੱਥੇ ਪਰਮਾਤਮਾ ਦੇ ਨਾਮ ਜਪਣ ਵਾਲੇ, ਜਿਨ੍ਹਾਂ ਨੇ ਆਪਣੇ ਮਨ ਨੂੰ ਸਾਧਿਆ ਹੋਇਆ ਹੈ ਵਾਹਿਗੁਰੂ ਸਿਮਰਤ ਦੇ ਨਾਲ, ਭਾਈ ਗੁਰਦਾਸ ਜੀ ਫਰਮਾਉਂਦੇ ਹਨ ਕਿ ਭਾਈ ਸਾਧ ਕਿਹਨੂੰ ਕਹਿੰਦੇ ਆ? ਸਾਧ ਉਸ ਨੂੰ ਕਹਿੰਦੇ ਨੇ ਜਿਹੜਾ ਪਰਮੇਸ਼ਰ ਦਾ ਨਾਮ ਜਪ ਜਪ ਕੇ ਆਪਣੇ ਮਨ ਨੂੰ ਸਾਧ ਲਵੇ। ਸਤਿਗੁਰੂ ਜੀ ਕਿਰਪਾ ਕਰਕੇ ਇਹੋ ਜੀ ਸੰਗਤ ਵਿੱਚ ਸਾਨੂੰ ਆਪ ਕੇ ਸਦਕੇ, ਇਹ ਸੰਗਤ ਨਾਲ ਮੇਲ ਕੇ ਸਾਡੇ ਜਨਮਾਂ ਜਨਮਾਤਰਾਂ ਦੇ ਜੰਗਾਲ ਨੂੰ ਲਾ ਦਿੱਤਾ ਜੀ। ਜਿਉ ਕੰਚਨ ਬਸੰਤਰ ਤਾਇਓ। ਹਜ਼ੂਰ ਹੁਣ ਫਰਮਾਉਂਦੇ ਹਨ ਕਿ ਇੰਨੇ ਪਾਪ ਕੀਤੇ ਹੋਣ ਤੇ ਸੰਗਤ ਵਿੱਚ ਆ ਕੇ ਕਿਵੇਂ ਪਾਪ ਲੈ ਜਾਣਗੇ। ਤੇ ਹੁਣ ਦ੍ਰਿਸ਼ਟਾਂਤ ਦੇ ਕੇ ਆਪ ਕਿਰਪਾ ਕਰਕੇ ਦੱਸਦੇ ਹਨ ਕਿ ਭਾਈ ਜਿਵੇਂ ਜਿਹੜਾ ਲੋਹਾ ਹੈ ਉਹ ਭੱਠੀ ਵਿੱਚ ਪਾ ਕੇ, ਅੱਗ ਤਾ ਕੇ, ਜਿਹੜਾ ਸਰਾਫ ਹੈ ਉਸ ਨੂੰ, ਸੁਨਿਆਰ ਹੈ ਜਿਹੜਾ, ਉਹ ਉਸ ਨੂੰ ਸੋਧ ਲੈਂਦਾ ਹੈ, ਉਹਦੇ ਵਿੱਚੋਂ ਮੈਲ ਕੱਢ ਦਿੰਦਾ ਹੈ। ਜਿਉਂ ਕੰਚਨ ਬੈਸੰਤਰ ਤਾਇਓ। ਕਹਿੰਦੇ ਭਾਈ ਜਿਵੇਂ ਤਾ ਦੇ ਕੇ ਭੱਠੀ ਦੇ ਵਿੱਚ ਸੋਨੇ ਨੂੰ ਮਲ ਕਾਟੀ ਕਟਤ ਉਤਾਰੀ। ਸਾਰੀ ਮੈਲ ਉਹਦੀ ਕੱਟ ਦਿੰਦਾ। ਉਹਦੇ ਵਿੱਚ ਮਹਾਰਾਜ ਨੇ ਬਾਣੀ ਵਿੱਚ ਫਰਮਾਇਆ ਨਾ, ਕਾਮ ਕ੍ਰੋਧ ਕਾਇਆ ਕੋ ਜਾਲਾ ਹੈ, ਗੱਲ ਹੈ ਜੋ ਕੰਚਨ ਸੁਹਾਗਨ ਟਾਲਾ ਹੈ। ਜਿਵੇਂ ਭਾਈ ਸੁਹਾਗਾ ਪਾ ਕੇ ਉਹਦੇ ਵਿੱਚ ਹੋਰ ਬੂਟੀਆਂ ਪਾ ਕੇ, ਰਸਾਇਣ ਪਾ ਕੇ ਸੋਨੇ ਨੂੰ ਸੋਧ ਲੈਂਦੇ ਆ ਨਾ, ਮੈਲ ਕੱਢ ਦਿੰਦੇ ਹਨ, ਅਤੇ ਫਿਰ ਉਹ ਕੰਚਨ ਵੰਨਾ ਹੋ ਕੇ ਚਮਕਾਂ ਮਾਰਦਾ, ਸੁੱਧ ਹੋ ਜਾਂਦਾ ਹੈ। ਇਸੇ ਤਰ੍ਹਾਂ ਮਹਾਰਾਜ ਸੱਚੇ ਪਾਤਸ਼ਾਹ ਜੀ ਜੋ ਆਪ ਜੀ ਦੀ ਸੰਗਤ ਹੈ, ਜਦੋਂ ਉਹ ਸੰਗਤ ਵਿੱਚ ਇਸ ਮੈਲ ਭਰੀ ਹੋਈ ਇਹ ਸਾਡੀ ਬਿਰਤੀ ਨੂੰ ਆਪ ਜੀ ਨੇ ਪਾਇਆ, ਅਤੇ ਫਿਰ ਸਿਮਰਨ ਦੇ ਨਾਲ, ਵਾਹਿਗੁਰੂ ਨਾਮ ਦੇ ਸਿਮਰਨ ਦੇ ਨਾਲ ਆਪ ਜੀ ਨੇ ਸੁੱਧ ਕਰ ਦਿੱਤਾ। ਅਤੇ ਇਹ ਆਪ ਜੀ ਦੀ ਸਮਰੱਥਾ ਹੈ। ਸਾਡੇ ਵਿੱਚੋਂ ਇਹ ਮੈਲ ਕੱਢਣ ਦੀ ਸਮਰੱਥਾ ਹੋਰ ਕਿਤੇ ਨਹੀਂ ਹੈ। ਜਿੰਨਾ ਮਰਜ਼ੀ ਕੋਈ ਹੱਠ ਕਰ ਲਵੇ, ਜਲ ਧਾਰੇ ਕਰ ਲਵੇ, ਪੁੱਠਾ ਲਮਕ ਲਵੇ, ਉਹਦੇ ਵਿੱਚੋਂ ਪਰਮਾਤਮਾ ਦੀ ਕਿਰਪਾ ਤੋਂ ਬਿਨਾਂ ਮਨ ਦੇ ਵਿੱਚੋਂ ਮੈਲ ਨਹੀਂ ਲੈ ਸਕਦੀ, ਉਤਰ ਨਹੀਂ ਸਕਦੀ। ਕਿਉਂਕਿ ਹਜ਼ੂਰ ਨੇ ਫਰਮਾਇਆ ਜਿਹੜੀ ਹੰਗਤਾ ਦੀ ਮੈਲ ਹੈ ਨਾ, ਨਿਮਖ ਕਰ ਸਰੀਰ ਕਟਾਵੈ, ਤੋਪੀ ਹਉਮੈ ਮੈਲ ਨਾ ਜਾਵੈ। ਇਹ ਮੈਲ ਜਾਂਦੀ ਹੀ ਨਹੀਂ। ਜੇ
ਪਰਉਪਕਾਰ ਕਰਦਿਆਂ, ਭਲਾ ਕਰਦਿਆਂ, ਇਹ ਫਿਰ ਹਉਮੈ ਦੀ ਮੈਲ ਹੋ ਜਾਂਦੀ ਹੈ। ਮੈਂ ਵੱਧ ਸਿਮਰਨ ਕਰਦਾ, ਮੇਰੇ ਵਰਗਾ ਹੋਰ ਕੋਈ ਚੰਗਾ ਹੀ ਨਹੀਂ, ਮੈਂ ਇੰਨੀ ਸੇਵਾ ਕਰਦਾ। ਕਹਿੰਦੇ ਜਿਹੜੀ ਇਹ ਮੈਲ ਹੈ ਨਾ, ਇਹ ਤੇ ਭਾਵੇਂ ਬੰਦੇ ਨੂੰ ਪੁਰਜਾ ਪੁਰਜਾ ਕੱਟ ਦੇਵੇ ਤਾਂ ਵੀ ਇਹ ਮੈਲ ਵਿੱਚੋਂ ਨਿਕਲਦੀ ਨਹੀਂ। ਐਸੀ ਇਹ ਭਾਵਨਾ ਬਣ ਜਾਂਦੀ ਹੈ, ਅੰਦਰ ਘਰ ਕਰ ਜਾਂਦੀ ਹੈ। ਪਰ ਜੇ ਸਤਿਗੁਰੂ ਦੀ ਕਿਰਪਾ ਹੋਵੇ, ਰਹਿਮਤ ਹੋਵੇ, ਗੁਰੂ ਕੀ ਸੰਗਤ ਮਿਲ ਜਾਵੇ, ਇਕੱਠਿਆਂ ਮਿਲ ਕੇ ਨਾਮ ਜਪ ਲਵੇ, ਬਾਣੀ ਪੜ੍ਹ ਲਵੇ, ਤੇ ਫਿਰ ਭਾਈ ਇਹ ਗੁਰੂ ਦੇ ਨਾਮ ਦੀ ਇਹ ਸਮਰੱਥਾ ਹੈ। ਉਸੇ ਤਰ੍ਹਾਂ ਜਿਵੇਂ ਸੋਨੇ ਨੂੰ ਸ਼ੁੱਧ ਕਰਨ ਵਾਸਤੇ ਸੁਹਾਗਾ ਹੈ, ਉਸੇ ਤਰ੍ਹਾਂ ਭਾਈ ਜਿਹੜਾ ਸੰਤੋਖ ਹੈ, ਸੰਤੋਖ ਰੂਪ ਸੁਹਾਗਾ ਦੇ ਕੇ ਸਤਿਗੁਰੂ ਜੀ ਕਿਰਪਾ ਕਰ ਦੇਣ, ਤੇ ਇਹ ਨਾਮ ਦੀ ਅਗਨੀ ਮਹਾਰਾਜ ਸੱਚੇ ਪਾਤਸ਼ਾਹ ਜੀ ਬਖਸ਼ ਕੇ ਸੰਗਤ ਰੂਪ ਭੱਠੀ ਵਿੱਚ ਪਾ ਕੇ ਆਪ ਸਤਿਗੁਰੂ ਸੱਚੇ ਪਾਤਸ਼ਾਹ ਜੀ ਸੁਨਿਆਰ ਦੀ ਤਾਈ ਮਹਾਰਾਜ ਜੀ ਆਪ ਕਿਰਪਾ ਕਰ ਦੇਣ, ਬਖਸ਼ ਲੈਣ, ਸੋਧ ਦੇਣ। ਤੇ ਫਿਰ ਭਾਈ ਪੰਜ ਪਿਆਰੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਪੰਜ ਬਾਣੀਆਂ ਪੜ੍ਹ ਕੇ ਖੰਡੇ ਬਾਟੇ ਦਾ ਅੰਮ੍ਰਿਤ ਤਿਆਰ ਕਰਕੇ ਜਦੋਂ ਸੰਗਤ ਨੂੰ ਛਕਾ ਦਿੰਦੇ ਆ, ਦੇਖੋ ਪ੍ਰਤੱਖ ਆਪਣੇ ਸਾਹਮਣੇ ਭੱਠੀ ਤਾਈ ਜਾਂਦੀ ਆ, ਬਾਟਾ ਤਿਆਰ ਹੁੰਦਾ ਹੈ, ਸਰਬਲੋਹ ਦਾ ਬਾਟਾ ਖੰਡਾ ਵਿੱਚ ਚੱਲਦਾ ਹੈ, ਗੁਰੂ ਕੀ ਬਾਣੀ ਦਾ ਪ੍ਰਤਾਪ ਚੱਲਦਾ ਹੈ, ਤੇ ਪੰਜ ਸਿੰਘ 10 ਨੇਤਰਾਂ ਦੇ ਨਾਲ ਨੇਤਰਾਂ ਦੇ ਵਿੱਚ ਬਾਣੀ ਪੜ੍ਹ ਪੜ੍ਹ ਕੇ ਉਸ ਨੂੰ ਅੰਮ੍ਰਿਤ ਬਣਾ ਦਿੰਦੇ ਨੇ। ਤੇ ਗੁਰੂ ਸਾਹਿਬ ਦੀ ਦ੍ਰਿਸ਼ਟੀ ਹੁੰਦੀ ਹੈ, ਕਲਗੀਧਰ ਪਾਤਸ਼ਾਹ ਉਦੋਂ ਆਪ ਪੰਜਾਂ ਪਿਆਰਿਆਂ ਦੇ ਵਿੱਚ ਪ੍ਰਵੇਸ਼ ਹੁੰਦੇ ਨੇ, ਐਵੇਂ ਨਹੀਂ ਅੰਮ੍ਰਿਤ ਬਣਦਾ। ਸੋ ਇਸ ਵਾਸਤੇ ਅੱਜ ਕੱਲਾ ਦਕੱਲਾ ਹੀ ਕੋਈ ਅੰਮ੍ਰਿਤ ਚੱਕੀ ਫਿਰਦਾ ਵੀ ਮੈਂ ਅੰਮ੍ਰਿਤ ਦੇ ਦਿੰਦਾ, ਆਪਣਾ ਜੂਠਾ ਛੱਡ ਕੇ ਉਹਨੂੰ ਅੰਮ੍ਰਿਤ ਕਹੀ ਜਾਂਦੇ, ਲੈ ਮੇਰੇ ਥਾਲ ਦਾ ਪ੍ਰਸ਼ਾਦਾ ਛਕ ਲਈ, ਇਹੀ ਅੰਮ੍ਰਿਤ ਹੈ। ਇਹ ਸਭ ਪਖੰਡ ਨੇ। ਜੋ ਅੰਮ੍ਰਿਤ ਹੈ, ਅੰਮ੍ਰਿਤ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਵਿਧੀ ਬਣਾਈ ਹੈ। ਸੋ ਉਸ ਵਿਧੀ ਦੁਆਰਾ ਛਕਿਆ ਹੋਇਆ ਅੰਮ੍ਰਿਤ ਤੇ ਸਾਨੂੰ ਉਹ ਸੋਨੇ ਦੀ ਤਰ੍ਹਾਂ ਸੁੱਧ ਕਰ ਦੇਵੇਗਾ। ਕੇਵਲ ਸੁੱਧ ਕਰੇਗਾ ਨਹੀਂ, ਸਾਡੀ ਕਲਪਨਾ ਹੀ ਨਹੀਂ। ਪੰਜ ਪਿਆਰੇ ਫਿਰ ਸਤਿਗੁਰੂ ਪਾਤਸ਼ਾਹ ਜੀ ਦੇ ਦਰ ਹਜ਼ੂਰੀ ਵਿੱਚ ਖੜੇ ਕਰਕੇ ਇਹ ਹੁਕਮ ਕਰ ਦਿੰਦੇ ਨੇ, ਖਾਲਸਾ ਜੀ ਅੱਜ ਤੁਸੀਂ ਖੰਡੇ ਬਾਟੇ ਦਾ ਅੰਮ੍ਰਿਤ ਛਕ ਕੇ ਕਲਗੀਧਰ ਪਾਤਸ਼ਾਹ ਦੇ ਪੁੱਤਰ ਤੇ ਪੁੱਤਰੀਆਂ ਬਣ ਗਏ ਹੋ। ਅੱਜ ਤੱਕ ਤੁਹਾਡੇ ਕੀਤੇ ਹੋਏ ਸਾਰੇ ਪਿਛਲੇ ਜਨਮਾਂ ਦੇ ਪਾਪ ਕਰਮ ਖਤਮ ਕਰ ਦਿੱਤੇ ਨੇ। ਕੋਈ ਕਰ ਸਕਦਾ ਭਾਈ? ਇਹ ਤੇ ਕਲਗੀਧਰ ਮਹਾਰਾਜ ਜੀ ਸੱਚੇ ਪਾਤਸ਼ਾਹ ਕਰ ਸਕਦੇ ਨੇ। ਹਾਂ, ਨਾਲ ਹੁਕਮ ਕਰਦੇ ਨੇ ਅੱਜ ਤੋਂ ਤਿਆਰ ਬਰ ਤਿਆਰ ਰਹਿਣਾ। ਜੋ ਪੰਜਾਂ ਪਿਆਰਿਆਂ ਨੇ ਸਿੱਖਿਆ ਦਿੱਤੀ ਹੈ, ਅੰਮ੍ਰਿਤ ਵੇਲੇ ਉੱਠਣਾ ਹੈ, ਇਸ਼ਨਾਨ ਕਰਨਾ ਹੈ, ਪੰਜ ਬਾਣੀਆਂ ਪੜ੍ਹਨੀਆਂ ਹੈ, ਸ਼ਾਮ ਨੂੰ ਰਹਿ ਰਸ ਪੜ੍ਹਨੀ ਹੈ, ਸੌਣ ਲੱਗਿਆ ਕੀਰਤਨ ਸੋਹਿਲਾ ਪੜ੍ਹਨਾ ਹੈ, ਗੁਰੂ ਗ੍ਰੰਥ ਸਾਹਿਬ ਤੋਂ ਬਿਨਾਂ ਕਿਸੇ ਤੇ ਵੀ ਗੁਰੂ ਭਾਵਨਾ ਨਹੀਂ ਕਰਨੀ, ਧੰਨ ਗੁਰੂ ਗ੍ਰੰਥ ਸਾਹਿਬ ਜੀ ਦਾ ਆਦਰ ਸਤਿਕਾਰ, ਬਾਣੀ ਨੂੰ ਗੁਰੂ ਮੰਨਣਾ ਹੈ। ਇਹ ਜਿਹੜੇ ਉਪਦੇਸ਼ ਹਨ ਤੇ ਨਾਲ ਪੰਜ ਪਿਆਰੇ ਹੁਕਮ ਕਰ ਦਿੰਦੇ ਹਨ, ਦੇਖ ਪਰਾਈਆਂ ਚੰਗੀਆਂ ਮਾਵਾਂ ਭੈਣਾਂ ਧੀਆਂ ਜਾਣਾ ਹੈ, ਏਕਾ ਨਾਰੀ ਜਤੀ ਹੋਏ ਪਰ ਨਾਰੀ ਧੀ ਭੈਣ ਵਖਾਣਾ ਹੈ। ਕਹਿੰਦੇ ਭਾਈ ਇਹਨਾਂ ਉਪਦੇਸ਼ਾਂ ਤੇ ਚੱਲੇਗਾ, ਪੰਜਾਂ ਕਕਾਰਾਂ ਦੀ ਰਹਿਤ ਵਿੱਚ ਤਿਆਰ ਬਰ ਤਿਆਰ ਰਹੇਗਾ ਤੇ ਕਰਹਿਤਾਂ ਤੋਂ ਬਚ ਕੇ ਰਹੇਗਾ, ਤੇ ਫਿਰ ਤੈਨੂੰ ਜੋ 12 ਵਰਨੀ ਦਾ ਸੁੱਧ ਸੋਨਾ ਪੰਜਾਂ ਪਿਆਰੇ ਨੇ ਬਣਾ ਦਿੱਤਾ। ਇਦੋਂ ਵੱਡੀ ਸਾਧ ਸੰਗਤ ਕਿਰਪਾ ਕੀ ਹੋ ਸਕਦੀ ਹੈ? ਇਸ ਵਾਸਤੇ ਜਿਹਨੇ ਅੰਮ੍ਰਿਤ ਨਹੀਂ ਨਾ ਛਕਿਆ ਉਹ ਜ਼ਰੂਰ ਅੰਮ੍ਰਿਤ ਛਕੋ, ਕਲਗੀਧਰ ਪਾਤਸ਼ਾਹ ਦੇ ਪੁੱਤਰ ਤੇ ਪੁੱਤਰੀਆਂ ਬਣੋ। ਤੇ ਫਿਰ ਭਾਈ ਆ ਜਿਹੜੇ ਦਿਨ ਆ ਰਹੇ ਨੇ, 20 ਜਨਵਰੀ ਨੂੰ ਪੋਹ ਸੁਦੀ 7ਵੀਂ ਆ ਰਹੀ ਹੈ, ਕਲਗੀਧਰ ਪਾਤਸ਼ਾਹੀ ਦਾ ਅਵਤਾਰ ਪੁਰਬ ਆ ਰਿਹਾ ਹੈ। ਜਿਹੜੇ ਪਾਤਸ਼ਾਹ ਨੇ ਸਾਨੂੰ ਖੰਡੇ ਬਾਟੇ ਦਾ ਅੰਮ੍ਰਿਤ ਦੇ ਕੇ ਇਹ ਦਾਤਾਂ ਦਿੱਤੀਆਂ ਹੈ, ਤੇ ਉਹਨਾਂ ਦੀ ਯਾਦ ਵਿੱਚ ਘੱਟੋ ਘੱਟ ਜਿਨ੍ਹਾਂ ਨੇ ਹੁਣ ਤੱਕ ਅੰਮ੍ਰਿਤ ਨਹੀਂ ਨਾ ਛਕਿਆ ਉਹ ਤਿਆਰ ਹੋ ਜਾਓ ਕਿ ਅਸੀਂ ਪੋਹ ਸੁਦੀ 7ਵੀਂ ਤੱਕ ਅੰਮ੍ਰਿਤ ਛਕ ਕੇ ਤਿਆਰ ਬਰ ਤਿਆਰ ਹੋਣਾ, ਕਲਗੀਧਰ ਪਾਤਸ਼ਾਹ ਦੇ ਪੁੱਤਰ ਪੁੱਤਰੀਆਂ ਬਣਨਾ ਹੈ। ਵੈਸੇ ਤੇ ਹਰ ਬੁੱਧਵਾਰ ਐਤਵਾਰ ਨੂੰ ਸ੍ਰੀ ਅਕਾਲ ਤਖਤ ਸਾਹਿਬ ਤੇ ਸਾਰੇ ਪੰਜਾਂ ਹੀ ਤਖਤਾਂ ਤੇ ਬਹੁਤ ਸਾਰੀਆਂ ਸੰਪਰਦਾਵਾਂ ਵਿੱਚ, ਬਹੁਤ ਸਾਰੀਆਂ ਸਿੰਘ ਸਭਾਵਾਂ ਗੁਰਦੁਆਰਿਆਂ ਵਿੱਚ ਅੰਮ੍ਰਿਤ ਤਿਆਰ ਹੁੰਦਾ ਭਾਈ। ਅੰਮ੍ਰਿਤ ਇੱਕ ਹੀ ਹੈ ਜਿੱਥੇ ਪੰਜ ਪਿਆਰੇ ਤਿਆਰ ਬਰ ਤਿਆਰ ਗੁਰੂ ਕੇ ਪਿਆਰੇ ਅੰਮ੍ਰਿਤ ਛਕਾਉਂਦੇ ਨੇ ਨਾ, ਅੰਮ੍ਰਿਤ ਵਿੱਚ ਫਰਕ ਨਹੀਂ। ਪਰ ਭਾਈ ਏਡੀ ਵੱਡੀ ਪੱਧਰ ਤੇ ਖਾਲਸਾ ਪੰਥ ਨੇ ਪ੍ਰਬੰਧ ਕੀਤੇ ਹੋਏ ਨੇ, ਤੇ ਫਿਰ ਵੀ ਆਪਾਂ ਅੰਮ੍ਰਿਤ ਤੋਂ ਵਾਂਝੇ ਹੀ ਰਹਿ ਜਾਈਏ, ਇਹ ਬਦਕਿਸਮਤੀ ਹੋਵੇਗੀ। ਇਸ ਲਈ ਇਹ ਵੇਲਾ ਹੱਥ ਆਇਆ, ਇਸ ਨੂੰ ਗਵਾਉਣਾ ਨਹੀਂ ਚਾਹੀਦਾ। ਸਤਿਗੁਰੂ ਪਾਤਸ਼ਾਹ ਜੀ ਕਿਰਪਾ ਕਰਦੇ ਨੇ ਕਿ ਹਜ਼ੂਰ ਪਾਤਸ਼ਾਹ ਜਿਵੇਂ ਸੁਨਿਆਰ ਸੋਨੇ ਵਿੱਚੋਂ ਮਲ ਮੁਖੇਪ ਕੱਟ ਕੇ ਉਸ ਨੂੰ ਸ਼ੁੱਧ ਕਰ ਦਿੰਦਾ ਹੈ, ਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਸਾਡਾ ਤਾਂ ਇਹ ਸਰੀਰ ਮਨ
ਬਿਰਤੀ ਇਹ ਮੈਲ ਦੀ ਭਰੀ ਹੋਈ ਹੈ। ਪਰ ਅਰਦਾਸ ਬੇਨਤੀ ਕੀ ਹੈ? ਹਮਰੇ ਕਰਮ ਨਾ ਵਿਚਰੋ ਠਾਕਰ, ਤੁਮ ਪੈਜ ਰੱਖੋ ਅਪਨੀਦੇ। ਆਪਣੀ ਪੈਜ ਰੱਖ ਕੇ ਮਹਾਰਾਜ ਸੱਚੇ ਪਾਤਸ਼ਾਹ ਜੀ ਸਾਨੂੰ ਸੁੱਧ ਸਰੂਪ ਹੋ ਕੇ ਆਪਣੇ ਨਾਲ ਜੋੜ ਲਓ ਜੀ। ਹਰ ਹਰ ਜਪਨ ਜਪੋ ਦਿਨ ਰਾਤੀ। ਸਤਿਗੁਰੂ ਜੀ ਫਰਮਾਉਂਦੇ ਨੇ, ਲਓ ਭਾਈ ਹੁਣ ਤੁਹਾਨੂੰ ਦੱਸਦੇ ਤਰੀਕਾ। ਕਹਿੰਦੇ ਪ੍ਰਮਾਤਮਾ ਦਾ ਨਾਮ ਜਪੋ ਹਰ ਹਰ, ਜਿਹੜਾ ਹਰ ਵੇਲੇ ਜਪਣ ਵਾਲਾ ਹੈ। ਇਹ ਨਹੀਂ ਕਿ ਜੇ ਸਾਡਾ ਸੁੱਤਿਆਂ 10 ਮਿੰਟ ਲੇਟ ਹੋ ਗਏ, ਅੰਮ੍ਰਿਤ ਵੇਲਾ ਲੰਘ ਗਿਆ, ਕਹਿੰਦੇ ਨਹੀਂ ਭਾਈ ਹੁਣ ਕੱਲ ਨੂੰ ਸਹੀ। ਨਹੀਂ ਭਾਈ, ਮਰ ਕਹਿੰਦੇ ਹਰ ਸਮੇਂ ਊਠਤ ਬੈਠਤ ਸੋਵਤ ਧਿਆਈਆ, ਮਾਰਗ ਚਲਤ ਹਰੇ ਹਰ ਗਾਈਆ। ਇਸ ਨੂੰ ਹਰ ਸਮੇਂ ਗਾਉਣਾ। ਤੇ ਜਿਹੜਾ ਜੀਵਾਂ ਨੂੰ ਹਰੇ ਭਰੇ ਕਰ ਦੇਣ ਵਾਲਾ ਹੈ, ਹਰ ਵੇਲੇ ਜਪਣ ਵਾਲਾ ਹੈ, ਹਰ ਵਿਅਕਤੀ ਵਿੱਚ ਪ੍ਰਵੇਸ਼ ਹੈ ਤੇ ਹਰ ਕੋਈ ਇਸ ਨੂੰ ਜਪ ਸਕਦਾ, ਕਿਸੇ ਤੇ ਬੰਧਨ ਨਹੀਂ ਹੈ। ਇਸ ਕਰਕੇ ਭਾਈ ਉਹਦਾ ਜਪਣ ਜਿਹੜਾ ਹੈ, ਜਾਪ ਹੈ, ਦਿਨ ਰਾਤ ਉਸ ਨੂੰ ਦਿਨ ਰਾਤੀ ਆਰਾਧੋ ਪਿਆਰੇ, ਨਿਮਖ ਨਾ ਕੀਜੈ ਢੀਲਾ। ਢਿੱਲ ਨਹੀਂ ਕਰਨੀ, ਜਦੋਂ ਵੀ ਸਮਾਂ ਮਿਲੇ ਦਿਨ ਰਾਤ ਉਸ ਨੂੰ ਆਰਾਧਨਾ ਹੈ। ਇਸ ਕਰਕੇ ਸਤਿਗੁਰੂ ਜੀ ਫਰਮਾਉਂਦੇ ਹਨ, ਭਾਵੇਂ ਕੋਈ ਗਰੀਬ ਹੈ, ਅਮੀਰ ਹੈ, ਪੜ੍ਹਿਆ ਅਨਪੜ੍ਹਿਆ ਹੈ, ਸਭ ਵਾਸਤੇ ਦਰਵਾਜ਼ੇ ਖੋਲ੍ਹੇ ਮਹਾਰਾਜ ਨੇ। ਕਿਸੇ ਜਾਤੀ ਵਿੱਚ ਹੈ, ਕਿਸੇ ਫਿਰਕੇ ਵਿੱਚ ਹੈ, ਔਰਤਾਂ ਹੈ, ਮਰਦ ਹੈ, ਸਭ ਨੂੰ ਮਹਾਰਾਜ ਨੇ ਇੱਕੋ ਜਿਹਾ ਖਜ਼ਾਨਾ ਬਖਸ਼ਿਸ਼ ਕੀਤਾ ਹੈ। ਇਸ ਕਰਕੇ ਇਸ ਨਾਮ ਨੂੰ ਜਪਣਾ ਕਰੀਏ। ਜਪ ਹਰ 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 ਉਰ ਧਾਰੀ। ਤੇ ਫੇਰ ਹੁਣ 4 ਵਾਰੀ ਕਹਿੰਦੇ ਨੇ ਕਿ ਹਰ 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 ਉਰ ਧਾਰੀ, ਕਿ ਪਰਮਾਤਮਾ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਪਹਿਲਾਂ 2 ਵਾਰੀ ਫਿਰ 3 ਵਾਰੀ ਸਾਨੂੰ ਕਿਹਾ ਨਾ ਕਿ ਨਾਮ ਜਪੋ। ਇਹ ਬਾਣੀ ਜਿਹੜੀ ਹੈ ਨਾ, ਇਹਦੇ 4 ਔਗਣ ਵੀ ਨੇ। ਜਿਹੜੀ ਆ ਸਾਡੀ ਬੋਲ ਬਾਣੀ ਜਿਹਨੂੰ ਅਸੀਂ ਕਹਿੰਦੇ ਆ, ਇੱਕ ਤਾਂ ਨਿੰਦਾ ਕਰਨੀ ਇਹ ਪਾਪ ਹੈ, ਝੂਠ ਬੋਲਣਾ ਪਾਪ ਹੈ, ਕਠੋਰ ਬੋਲਣਾ, ਸਖਤ ਬਚਨ ਕਹਿਣੇ ਇਹ ਪਾਪ ਹੈ, ਤੇ ਬੇਅਰਥੀ ਬੋਲੀ ਜਾਣਾ, ਜ਼ਿਆਦਾ ਬਹੁਤਾ ਬੋਲਣ ਝੱਖਣ ਹੋਏ, ਇਹ 4 ਪਾਪ ਨੇ। ਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਇਹਦੀਆਂ ਇਸ ਬਾਣੀ ਦੀਆਂ 4 ਅਵਸਥਾ ਨੇ। ਗੁਰਮੁਖ ਪਿਆਰੇ ਜਾਣਦੇ ਨੇ ਇਹਨਾਂ ਨੂੰ ਕਿ ਜਿਹੜੀ ਇਹ ਬਾਣੀ ਹੈ ਨਾ, ਪਹਿਲਾ ਪੈਖਰੀ ਬਾਣੀ ਆ। ਜਿਹੜਾ ਅਸੀਂ ਵਾਹਿਗੁਰੂ ਵਾਹਿਗੁਰੂ ਜਪਣਾ ਨਾ, ਸਾਰੇ ਜਪਿਓ ਭਾਈ। ਪੈਖਰੀ ਬਾਣੀ ਜਿਹੜੀ ਹੈ ਨਾ, ਇਹ ਪ੍ਰਮਾਤਮਾ ਦਾ ਨਾਮ ਜਪਣ ਦਾ ਤਰੀਕਾ ਦੱਸਿਆ। ਧੰਨ ਗੁਰੂ ਰਾਮਦਾਸ ਮਹਾਰਾਜ ਜੀ ਰਹਿਮਤ ਕਰ ਰਹੇ ਨੇ। ਸਾਰੇ ਜਪਿਓ, ਗੱਜ ਕੇ ਜਪਿਓ ਭਾਈ। ਵਾਹਿਗੁਰੂ 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 ਵਾਹਿਗੁਰੂ। ਗੱਜ ਕੇ ਜਪੋ ਭਾਈ, ਸਾਰੇ ਬੋਲੋ ਵਾਹਿਗੁਰੂ 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 ਵਾਹਿਗੁਰੂ। ਗੁਰਮੁਖ ਪਿਆਰੇ, ਵਾਹਿਗੁਰੂ 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 ਵਾਹਿਗੁਰੂ, ਇਹ ਪੈਖਰੀ ਬਾਣੀ ਆ। ਜਿਹੜਾ ਦੂਸਰਾ ਹਰ ਹੈ ਨਾ, ਉਹ ਹੈ ਮੱਧਮਾ। ਜਾਪ ਕਰਦਿਆਂ ਕਰਦਿਆਂ ਜਿਹੜੇ ਜ਼ੁਬਾਨ ਹੈ, ਬੁੱਲ ਹੈ, ਉਹ ਬੰਦ ਕਰ ਦੇਣੇ ਤੇ ਗਲੇ ਦੇ ਵਿੱਚ, ਕੰਠ ਦੇ ਵਿੱਚ, ਮੱਧ ਦੇ ਵਿੱਚ ਬਾਣੀ ਨੂੰ ਲਿਆਉਣਾ। ਤੇ ਫਿਰ ਇੱਥੇ ਜਾਪ ਕਰਦਿਆਂ 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 ਫਿਰ ਉਸ ਨੂੰ ਛਾਤੀ 'ਚ ਲੈ ਜਾਣਾ। ਉਹ ਬਸੰਤੀ ਬਾਣੀ ਆ। ਮਹਾਂਪੁਰਖ ਦੱਸਿਆ ਕਰਦੇ ਸਨ, ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ, ਕਹਿੰਦੇ ਭਾਈ ਇਹ ਜਾਪ ਕਰਦਿਆਂ 100 ਗੁਣਾ ਵੱਧ ਇਹਦੀ ਸਪੀਡ ਹੈ, ਰਫਤਾਰ ਹੈ। ਜਦੋਂ ਅਸੀਂ ਕਹਿੰਦੇ ਬੋਲ ਕੇ ਕਰਦੇ ਹਾਂ, ਜਿੰਨਾ ਇੱਕ ਵਾਰੀ ਵਾਹਿਗੁਰੂ ਕਹਿਣਾ ਹੈ, ਤੇ ਗੁਪਤ ਰੂਪ ਦੇ ਵਿੱਚ ਜਦੋਂ ਅਸੀਂ ਗਲੇ 'ਚ ਕਹਿਣਾ ਹੈ ਤੇ ਕਹਿੰਦੇ 100 ਵਾਰ ਕਿਹਾ ਜਾ ਸਕਦਾ। ਫਿਰ ਕਹਿੰਦੇ ਬਸੰਤੀ ਬਾਣੀ ਹੈ, ਜਿਹੜਾ ਛਾਤੀ ਦੇ ਵਿੱਚ ਕਹਿਣਾ ਹੈ, ਇਹ ਅਰਧ ਬਿਰਤੀ ਜੁੜ ਜਾਂਦੀ ਹੈ। ਸੇ ਇਹਦੇ ਵਿੱਚ ਪਰਮਾਤਮਾ ਦਾ ਨਾਮ ਹੋਰ ਵੀ ਸਪੀਡ ਦੇ ਨਾਲ, ਗੁਰੂ ਦੇ ਨਾਲ ਇੱਕਮਿਕ ਹੋ ਜਾਂਦਾ ਹੈ। ਤੇ ਚੌਥੀ ਬਾਣੀ ਆ ਪਰਾ ਬਾਣੀ, ਜਿਹੜੀ ਨਾਭੀ ਦੇ ਵਿੱਚ ਹੈ, ਜਿਹੜਾ ਗੁਰਮੁਖ ਰੋਮ ਰੋਮ ਹਰ ਧਿਆਵਾ ਹੈ। ਕਿਉਂਕਿ ਸਾਧ ਸੰਗਤ ਜੀ, ਜਦੋਂ ਬੱਚਾ ਮਾਤਾ ਦੇ ਪੇਟ ਵਿੱਚ ਹੁੰਦਾ ਨਾ, ਉਹਦੀ ਖੁਰਾਕ ਹੁੰਦੀ ਨਾਭੀ 'ਚ, ਜਿਹਨੂੰ ਅਸੀਂ
ਨਾੜੂਆ ਕਹਿ ਦਿੰਦੇ ਹਾਂ। ਨਾੜੂਏ ਦੇ ਰਾਹੀਂ ਸਾਰੇ ਸਰੀਰ ਦੇ ਵਿੱਚ ਖੁਰਾਕ ਜਾਂਦੀ ਹੈ, ਅਤੇ ਜਿਹੜੀ ਪਰਾਬਾਣੀ ਹੈ ਉਹ ਨਾਭੀ ਵਿੱਚ ਹੁੰਦੀ ਹੈ, ਅਤੇ ਨਾਭੀ ਦੇ ਵਿੱਚੋਂ ਫਿਰ ਰੋਮ ਰੋਮ ਦੇ ਵਿੱਚ ਵਾਹਿਗੁਰੂ ਦਾ ਨਾਮ ਚਲੇ ਜਾਂਦਾ। ਉਹ ਉੱਥੇ ਵਸਦਾ ਹੈ ਜਿੱਥੇ ਭਾਈ ਤਾਰੂ ਸਿੰਘ ਦੀ ਚਲੀ ਗਈ, ਜਿੱਥੇ ਭਾਈ ਦਿਆਲੇ ਜੀ ਦੀ ਚਲੀ ਗਈ, ਮਤੀ ਦਾਸ ਜੀ ਦੀ ਚਲੀ ਗਈ, ਬਾਬਾ ਮਣੀ ਸਿੰਘ ਜੀ ਦੀ ਚਲੀ ਗਈ। ਇਹ ਉਹਨਾਂ ਗੁਰਮੁਖਾਂ ਦੀ ਅਵਸਥਾ ਹੈ ਜਿਹਨੇ ਨਾਮ ਜਪ ਜਪ ਕੇ, ਅੱਜ ਵੀ ਬੇਅੰਤ ਮਹਾਂਪੁਰਖ ਸਾਧ ਸੰਗਤ ਜੀ ਜਿਨ੍ਹਾਂ ਨੇ ਨਾਮ ਜਪਿਆ, ਉਹਨਾਂ ਨੂੰ ਨਾ ਕੋਈ ਡਰ ਰਹਿੰਦਾ, ਨਾ ਕੋਈ ਭੈ ਰਹਿੰਦਾ ਹੈ, ਅਤੇ ਉਹਨਾਂ ਦੇ ਰੋਮ ਰੋਮ ਵਿੱਚੋਂ ਵਾਹਿਗੁਰੂ ਵਾਹਿਗੁਰੂ ਦਾ ਸਿਮਰਨ ਹੀ ਉਚਰਦਾ ਹੈ। ਹਜ਼ੂਰ ਫਰਮਾਉਂਦੇ ਹਨ ਕਿ ਭਾਈ ਇਹ 4 ਵਾਰੀ ਜਿਹੜਾ ਹਰੇ ਹਰੇ ਕਹਿਣਾ ਨਾ, ਇਹ 4 ਜਿਹੜੇ ਔਗਣ ਸੀ, ਕਿਸੇ ਦੀ ਨਿੰਦਿਆ ਕਰਨੀ, ਚੁਗਲੀ ਕਰਨੀ, ਝੂਠ ਬੋਲਣਾ, ਕਠੋਰ ਬੋਲਣਾ, ਫਾਲਤੂ ਬੋਲਣਾ, ਇਹਨਾਂ ਔਗਣਾਂ ਨੂੰ ਕੱਟ ਕੇ ਮਹਾਰਾਜ 4 ਤਰ੍ਹਾਂ ਦੀ ਬਾਣੀ ਦਾ ਪ੍ਰਭਾਵ ਅੰਦਰ ਦੇ ਦਿੰਦੇ ਨੇ, ਗੁਣ ਬਖਸ਼ ਦਿੰਦੇ ਨੇ। ਹਜ਼ੂਰ ਕਿਰਪਾ ਕਰਦੇ ਹਨ ਕਿ ਭਾਈ ਇਹ ਇੱਕ ਪਰਮਾਤਮਾ ਦੇ ਨਾਮ ਜਪਣ ਦਾ ਤਰੀਕਾ ਦੱਸ ਦਿੰਦੇ ਹਨ, ਅਤੇ ਫਿਰ ਔਰ ਧਾਰੀ ਇਹ ਸਾਰਾ ਹਿਰਦੇ ਦੇ ਵਿੱਚ ਪਰਮਾਤਮਾ ਦੇ ਨਾਮ ਨੂੰ ਧਾਰਨ ਕਰ ਲੈਂਦਾ। ਜਦੋਂ ਦਿਨ ਰਾਤ ਪਰਮਾਤਮਾ ਦਾ ਨਾਮ ਸਿਮਰਿਆ, ਹਰ 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 ਔਖਦ ਜਗ ਪੂਰਾ। ਕਹਿੰਦੇ ਭਾਈ ਇਹ ਜਿਹੜਾ ਹਰ ਹਰ ਹੈ ਨਾ, ਇਹ ਔਖਦ ਹੈ ਬਾਣੀ ਦਾ। ਜਿਹੜੀ ਬਾਣੀ ਰਾਹੀਂ, ਜਿਹੜੀ ਅਸੀਂ ਬੋਲ ਬਾਣੀ ਰਾਹੀਂ ਲੜਾਈ ਝਗੜਾ ਕਰ ਬੈਠਦੇ ਹਾਂ, ਜਿਹੜੀ ਸਾਡੇ ਵੱਲੋਂ ਬੋਲੀ ਕੁਬਾਣੀ ਕਬੋਲ ਬਚਨ ਸਾਡਾ ਇੱਥੇ ਦੁਨੀਆ ਦੇ ਵਿੱਚ ਨਰਾਦਰੀ ਕਰ ਦਿੰਦੀ ਆ, ਸਾਡੀ ਬੇਇੱਜ਼ਤੀ ਦਾ ਕਾਰਨ ਬਣ ਜਾਂਦੀ ਆ। ਮਹਾਰਾਜ ਕਹਿੰਦੇ ਜਿਹੜੇ ਪ੍ਰਮਾਤਮਾ ਦੇ ਨਾਮ ਦੀ ਬਾਣੀ ਹੈ ਨਾ, ਉਹ ਔਖਦ ਹੈ, ਉਹ ਦਾਰੂ ਹੈ ਇਸ ਦਾ। ਜੇ ਫਿਰ ਦੁਨੀਆ ਦੇ ਵਿੱਚ ਜੈ ਜੈਕਾਰ ਹੋ ਜਾਂਦੀ ਹੈ। ਜਿਹੜੇ ਵੱਧ ਬੋਲਣ ਦੇ ਨਾਲ, ਝੂਠ ਬੋਲਣ ਦੇ ਨਾਲ, ਕਠੋਰ ਬੋਲਣ ਦੇ ਨਾਲ ਦੁਨੀਆ ਦੇ ਵਿੱਚ ਸਾਧ ਸੰਗਤ ਜੀ ਬੇਇੱਜ਼ਤੀ ਹੁੰਦੀ ਹੈ, ਜਿੱਥੇ ਉਹਦਾ ਨਰਾਦਰ ਹੁੰਦਾ ਹੈ। ਅਤੇ ਇਹਦੇ ਉਲਟ ਜਿਹੜੇ ਪ੍ਰਮਾਤਮਾ ਦੇ ਨਾਮ ਜਪਣ ਦੇ, ਇਸ ਪਰਾਬਾਣੀ ਦੇ ਰਾਹੀਂ ਪ੍ਰਮਾਤਮਾ ਦਾ ਨਾਮ ਜਪਦੇ ਨੇ, ਫਿਰ ਜਿਨ ਹਰ ਮਨ ਵਸਿਆ ਸੇ ਦਰ ਸਾਚੇ, ਦਰ ਸਾਚੇ ਦਸ ਸਚਿਆਰਾ, ਉਹਨਾਂ ਦੀ ਸੋਭਾ ਜੁਗ ਜੁਗ ਹੋਈ, ਕੋਈ ਨਾ ਮੇਟਣ ਹਾਰਾ, ਕੋਈ ਮੇਟ ਨਹੀਂ ਸਕਦਾ। ਇਸ ਵਾਸਤੇ ਸਤਿਗੁਰੂ ਜੀ ਫਰਮਾਉਂਦੇ ਹਨ ਇਹ ਔਖਦ ਹੈ, ਇਹ ਭਾਈ ਦਾਰੂ ਹੈ। ਪਰਮਾਤਮਾ ਦਾ ਜਿਹੜਾ ਨਾਮ ਹੈ, ਨਾਮ ਰੂਪ ਬਾਣੀ ਹੈ, ਨਾਮ ਜਪਣਾ ਹੈ, ਇਹ ਸੰਸਾਰ ਦੇ ਵਿੱਚ ਪੂਰਾ ਔਖਦ ਹੈ, ਅਧੂਰਾ ਨਹੀਂ। ਪੂਰੀ ਤਰ੍ਹਾਂ ਇਸ ਦੇ ਨਾਲ ਜੈ ਜੈਕਾਰ ਹੋ ਜਾਂਦੀ ਹੈ। ਜਪ ਹਰ ਹਰ ਹਉਮੈ ਮਾਰੀ, ਫਿਰ ਹੋ ਮੈਂ ਵਿੱਚੋਂ ਖੋਵੈ, ਦੂਜਾ ਮੇਟਾ ਏਕੋ ਹੋਵੈ। ਹਜ਼ੂਰ ਫਰਮਾਉਂਦੇ ਹਨ ਜਦੋਂ ਨਾਮ ਜਪਿਆ, ਜਪਦਿਆਂ 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 ਫਿਰ ਕਬੀਰ ਤੂੰ ਕਰਤਾ ਤੂੰ ਹੁਆ, ਮੁਝ ਮੈਂ ਰਹਾ ਨ ਹੂੰ। ਜਬ ਆਪਾ ਪਰ ਕਾ ਮਿਟ ਗਿਆ, ਜਤ ਦੇਖ ਤਤ ਤੂੰ। ਫਿਰ ਮੈਂ ਮਿਟ ਜਾਂਦੀ ਹੈ, ਤੂੰ ਹੀ ਰਹਿ ਜਾਂਦਾ। ਇਸ ਵਾਸਤੇ ਮਹਾਰਾਜ ਕਹਿੰਦੇ ਸਾਰੇ ਤਰ੍ਹਾਂ ਦੀ ਹਉਮੈ ਜਿਹੜੀ ਹੈ ਉਹ ਖਤਮ ਹੋ ਜਾਂਦੀ ਹੈ। ਹਰ ਹਰ ਅਗਮ ਅਗਾਧ ਬੋਧ। ਹੁਣ ਕਿਰਪਾ ਕਿਵੇਂ ਮਹਾਰਾਜ ਸੱਚੇ ਪਾਤਸ਼ਾਹ ਤੋਂ ਪ੍ਰਾਪਤ ਕਰਨੀ ਹੈ? ਮਹਾਰਾਜ ਕਹਿੰਦੇ ਸ਼ਰਧਾ ਰੱਖਣੀ ਹੈ ਕਿ ਜਿਹੜਾ ਹਰੀ ਪਰਮਾਤਮਾ ਦਾ ਨਾਮ ਹੈ ਉਹ ਬਹੁਤ ਡੂੰਘਾ ਹੈ, ਅਹੱਲ ਹੈ, ਉਹ ਹਿੱਲਣ ਵਾਲਾ ਨਹੀਂ ਹੈ। ਅਪਰੰਪਰ ਪੁਰਖ ਅਪਾਰੀ। ਜੀਵਾਂ ਤੋਂ, ਇਹ ਦੁਨੀਆ ਤੋਂ, ਦੁਨੀਆਦਾਰੀ ਤੋਂ, ਇਸ ਪ੍ਰਵਿਰਤੀ ਤੋਂ ਪਰਾਰੂ ਪਰੇ ਹੈ, ਉੱਪਰ ਹੈ, ਅਤੇ ਸਾਰਿਆਂ ਤੋਂ ਡੂੰਘਾ ਹੈ, ਆਗਮ ਅਗੋਧ ਹੈ, ਅਤੇ ਉਸ ਮਹਾਰਾਜ ਸੱਚੇ ਪਾਤਸ਼ਾਹ ਦਾ ਕੋਈ ਪਾਰਾਵਾਰ ਨਹੀਂ ਪਾ ਸਕਦਾ। ਇਹ ਉਸ ਦੀ ਅਵਸਥਾ ਹੈ, ਇਹ ਉਸ ਦੇ ਗੁਣ ਹਨ। ਜਨ ਕੋ ਕਿਰਪਾ ਕਰੋ ਜਗ ਜੀਵਨ। ਫਿਰ ਹੱਥ ਜੋੜ ਕੇ ਬੇਨਤੀ ਹੈ ਮਹਾਰਾਜ ਸੱਚੇ ਪਾਤਸ਼ਾਹ ਜੀ ਕਿਰਪਾ ਕਰੋ, ਸਾਡੇ ਜਨਾਂ ਦੇ ਉੱਪਰ ਰਹਿਮਤ ਕਰੋ। ਸਾਡੇ ਵਿੱਚ ਕੋਈ ਸਮਰੱਥਾ ਨਹੀਂ ਕਿ ਤੁਹਾਡੇ ਤੋਂ ਅਸੀਂ ਇਹ ਕਿਰਪਾ ਵੀ ਪ੍ਰਾਪਤ ਕਰ ਸਕੀਏ। ਇਹ ਤਾਂ ਆਪ ਜੀ ਦੀ ਨਜ਼ਰ ਹੋ ਜਾਵੇ ਮਹਾਰਾਜ, ਆਪ ਜੀ ਦੀ ਬਖਸ਼ਿਸ਼ ਹੋ ਜਾਵੇ ਕਿ ਅਸੀਂ ਪਾਪੀ ਵੀ ਆਪ ਜੀ ਦੀ ਨਜ਼ਰ ਥੱਲੇ ਆ ਜਾਈਏ। ਇਹ ਸਾਡੇ ਤੇ ਰਹਿਮਤ ਕਰ ਦਿਓ ਜੀ, ਕਿਰਪਾ ਕਰੋ। ਜਨ ਨਾਨਕ ਪੈਜ ਸਵਾਰੀ। ਇਹ ਕੌਣ ਪੈਜ ਸਵਾਰ ਸਕਦਾ ਹੈ? ਇਹ ਤੇ ਧੰਨ ਗੁਰੂ ਨਾਨਕ ਸਾਹਿਬ ਦਾ ਦਾਰੀ ਹੈ ਭਾਈ, ਜਿਹੜਾ ਨਿਮਾਣਿਆਂ ਦਾ ਮਾਣ, ਨਥਾਵਿਆਂ ਦਾ ਥਾਵ, ਜਿਹੜਾ ਭਾਈ ਨਿਓਟਿਆਂ ਦੀ ਓਟ, ਨਿਆਸਰਿਆਂ ਦੇ ਆਸਰਾ। ਦਾਸ ਇੱਕ ਬੇਨਤੀ ਕਰਕੇ ਸਾਧ ਸੰਗਤ ਜੀ ਸਮਾਂ ਵੀ ਹੋ ਗਿਆ। ਸੋ ਜੋ ਅੱਜ ਸਾਰੇ ਭਾਰਤ ਭਰ ਦੇ ਕਿਸਾਨ ਸਿੱਖ ਸੰਗਤਾਂ ਸਿਰਫ ਆਪਣੇ ਹੱਕ ਲੈਣ ਵਾਸਤੇ ਕਿ ਅਸੀਂ ਪਹਿਲਾਂ ਹੀ ਦੁਖੀ ਹਾਂ, ਜੋ ਸਾਡੀ ਉਪਜ ਹੁੰਦੀ ਹੈ
ਜੋ ਅਸੀਂ ਬੀਜ ਬੀਜਦੇ ਹਾਂ, ਖਾਦਾਂ ਪਾਉਣੇ ਆ, ਤੇਲ ਪਾਉਣੇ ਆ, ਮਿਹਨਤ ਕਰਦੇ ਆ, ਉਹਦੇ ਵਿੱਚੋਂ ਸਾਨੂੰ ਬਚਦਾ ਕੁਝ ਨਹੀਂ। ਤੇ ਇਹਦੇ ਤੋਂ ਦੁਖੀ ਹੋ ਕੇ ਬਹੁਤ ਸਾਰੇ ਲੋਕ ਇਸ ਘਾਟੇ ਨੂੰ ਨਾ ਸਹਾਰਦਿਆਂ ਹੋਇਆਂ ਆਤਮ ਹੱਤਿਆ ਕਰ ਲੈਂਦੇ ਨੇ। ਹਾਲਾਂਕਿ ਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਮਨਾ ਕੀਤਾ ਹੈ ਕਿ ਕਿਸੇ ਵੀ ਤਰੀਕੇ ਦੇ ਨਾਲ ਆਤਮ ਹੱਤਿਆ ਨਹੀਂ ਕਰਨੀ, ਪਰ ਦੁਖੀ ਹੋਏ ਲੋਕ ਜਿਹੜੇ ਬਾਣੀ ਤੋਂ ਸਖਣੇ ਹਨ, ਉਧਰੋਂ ਕਰਜ਼ੇ ਦੇ ਬੋਝ ਥੱਲੇ ਆ ਜਾਂਦੇ ਨੇ, ਆਤਮ ਹੱਤਿਆ ਕਰ ਲੈਂਦੇ ਨੇ। ਤੇ ਉੱਪਰੋਂ ਇਹੋ ਜਿਹੇ ਕਠੋਰ ਕਾਨੂੰਨ ਬਣਾਏ ਗਏ ਜਿਨ੍ਹਾਂ ਨੂੰ ਰੋਕਣ ਵਾਸਤੇ, ਕਿਉਂਕਿ ਦੇਸ਼ ਦੇ ਹੀ ਵਾਸੀ, ਦੇਸ਼ ਦੇ ਹੀ ਵਸਨੀਕ, ਦੇਸ਼ ਦੀ ਹੋਈ ਸਰਕਾਰ ਕੋਲ ਇਹ ਪੁਕਾਰ ਕਰਨ ਕਿ ਸਾਡੇ ਲਈ ਇਹ ਜਿਹੜੇ ਕਾਨੂੰਨ ਬਣ ਰਹੇ ਨੇ ਇਹ ਘਾਤਕ ਨੇ, ਇਹ ਸਾਥੋਂ ਝੱਲੇ ਨਹੀਂ ਜਾਣੇ, ਇਹਦੇ ਨਾਲ ਅਸੀਂ ਬਰਬਾਦ ਹੋ ਜਾਵਾਂਗੇ, ਤਬਾਹ ਹੋ ਜਾਵਾਂਗੇ। ਤੇ ਸਾਧ ਸੰਗਤ, ਇੰਨੀ ਠੰਡ ਵਿੱਚ, ਬਰਸਾਤ ਦੇ ਦਿਨਾਂ ਵਿੱਚ, ਹੱਡ ਚੀਰਵੀਂ ਹਵਾ ਦੇ ਵਿੱਚ, ਖੁੱਲ੍ਹੇ ਅਸਮਾਨ ਥੱਲੇ ਇਹ ਕਿਸਾਨ, ਬਜ਼ੁਰਗ ਮਾਤਾਵਾਂ, ਬੱਚੇ ਆਪਣਾ ਹੱਕ ਲੈਣ ਵਾਸਤੇ ਬੈਠੇ ਨੇ। ਸੋ ਆਪਾਂ ਸਿਰਫ ਅਰਦਾਸ ਕਰੀਏ। ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਜੋ ਤਰੀਕਾ ਦੱਸਿਆ ਨਾ, ਇਹ ਪੈਜ ਕੌਣ ਸਵਾਰ ਸਕਦਾ ਹੈ? ਜਿੰਨਾ ਮਰਜ਼ੀ ਹਾਕਮ ਜਿਹੜਾ ਜੁਰਮਾਨਾ ਹੋਵੇ, ਜਿੰਨਾ ਮਰਜ਼ੀ ਹੈਂਕੜਬਾਜ਼ ਹੋਵੇ, ਜਿੱਥੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਅੱਜ ਇਹ ਆਪਾਂ ਨੂੰ ਪਰਉਪਕਾਰੀ ਉਪਦੇਸ਼ ਬਖਸ਼ਿਸ਼ ਕੀਤਾ ਨਾ ਕਿ ਮਹਾਰਾਜ ਜੀ, ਜੋ ਹਰ ਸੇਵੈ ਸੰਤ ਭਗਤ ਤਿਨ ਕੀ ਹਰ ਪੈਜ ਸਵਾਰੀ, ਉੱਥੇ ਮਹਾਰਾਜ ਨੇ ਇਹ ਵੀ ਬਚਨ ਕਹੇ ਨੇ, ਜੋ ਜੋ ਤੁਮਰੇ ਭਗਤ ਦਿਖਾਏ ਤਤਕਾਲ ਤੁਮ ਮਾਰਾ। ਜਿਹੜੇ ਤੇਰੇ ਭਗਤਾਂ ਨੂੰ, ਭਗਤ ਜਨਾਂ ਨੂੰ ਦੁਖੀ ਕਰਦਾ ਨਾ, ਤੇ ਉਹਨਾਂ ਦੀ ਸਾਰ ਤੂੰ ਕਿਵੇਂ ਲੈਣਾ? ਅਕਾਲ ਪੁਰਖ ਤੂੰ ਤੇ ਭਲੀ ਭਾਂਤ ਜਾਣਦਾ। ਸੋ ਸਤਿਗੁਰੂ ਰਹਿਮਤ ਕਰੇ, ਕਿਰਪਾ ਕਰੇ। ਪਰ ਸਾਡੇ ਉੱਪਰ ਜੋ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਕਿਰਪਾ ਕੀਤੀ ਹੈ ਨਾ, ਕਿ ਗੁਰੂ ਕੇ ਸਿੱਖੋ, ਤੁਸੀਂ ਕੀ ਕਰਨਾ? ਤੁਹਾਡੇ ਕੋਲ ਤਰੀਕਾ ਕੀ ਹੈ ਕਿ ਤੁਸੀਂ ਸਤਿਗੁਰੂ ਦੇ ਚਰਨਾਂ 'ਚ ਅਰਦਾਸ ਬੇਨਤੀ ਕਰਨੀ ਹੈ। ਤੁਸੀਂ ਉਸ ਗੁਰੂ ਦੇ ਸਿੱਖ ਹੋ ਜਿਹੜੇ ਅੱਜ ਦੇ ਦਿਨਾਂ ਵਿੱਚ ਆਪਾਂ ਥੋੜ੍ਹੇ ਜਿਹੇ ਮੀਂਹ ਤੋਂ ਨਹੀਂ ਘਬਰਾ ਸਕਦੇ, ਨਾ ਗੁਰੂ ਕੇ ਸਿੱਖ ਘਬਰਾਉਣ ਤੇ ਨਾ ਘਬਰਾਏ ਆ, ਕਿਉਂਕਿ ਸਾਡਾ ਗੁਰੂ ਤਾਂ ਇਹਨਾਂ ਦਿਨਾਂ ਦੇ ਵਿੱਚ, ਬਰਸਾਤਾਂ ਦੇ ਦਿਨਾਂ ਵਿੱਚ ਚਲਦੀ ਹੋਈ, ਚੜ੍ਹੀ ਹੋਈ ਸਰਸਾ ਨੂੰ ਪਾਰ ਕਰਕੇ, ਸੋ ਭਿੱਜੇ ਹੋਏ ਬਸਤਰਾਂ ਦੇ ਨਾਲ ਚਲਦੀ ਬਰਸਾਤ ਦੇ ਵਿੱਚ ਧਰਮ ਦੇ ਯੁੱਧ ਲੜਦਿਆਂ ਹੋਇਆਂ ਪੁੱਤਰਾਂ ਦੀਆਂ ਸ਼ਹਾਦਤਾਂ ਪ੍ਰਾਪਤ ਕਰ ਜਾਂਦੇ ਨੇ। ਇਹ ਗੁਰੂ ਕੇ ਸਿੱਖ ਡਰਨ ਵਾਲੇ ਨੇ, ਉਸ ਗੁਰੂ ਦੇ ਸਿੱਖ ਨੇ। ਪਰ ਆਪਾਂ ਸਭਨਾਂ ਨੂੰ, ਜਿੱਥੇ ਕੋਈ ਘਰੇ ਬੈਠਾ ਹੈ ਨਹੀਂ ਜਾ ਸਕਦਾ, ਆਪਾਂ ਅਨੁਭਵ ਤਾਂ ਕਰ ਸਕਦੇ ਹਾਂ ਨਾ ਕਿ GT ਰੋਡ ਦੇ ਉੱਪਰ ਹੁਣ ਕੱਲ੍ਹ ਦੀ ਪਰਸੋਂ ਦੀ ਬਰਸਾਤ ਹੋ ਰਹੀ ਹੈ। ਭਾਵੇਂ ਕਿਸੇ ਨੇ ਤੁਸੀਂ ਬਹੁਤ ਸਾਰੀਆਂ ਤਰਪਾਲਾਂ ਦਿੱਤੀਆਂ, ਬੜੇ ਪ੍ਰਬੰਧ ਕੀਤੇ ਨੇ, ਪਰ ਇੱਕ ਰੋਡ ਦੇ ਉੱਪਰ ਥੱਲੇ ਦੀ ਪਾਣੀ ਚੱਲ ਰਿਹਾ ਹੈ, ਉੱਪਰੋਂ ਤਰਪਾਲਾਂ ਚੋ ਰਹੀਆਂ, ਬਿਸਤਰੇ ਭਿੱਜ ਗਏ ਨੇ। ਸੋ ਪਰ ਹੌਸਲੇ ਬੁਲੰਦ ਨੇ ਕਿ ਕੋਈ ਪਰਵਾਹ ਨਹੀਂ। ਗੁਰੂ ਕੇ ਸਿੱਖ ਕੀਰਤਨ ਕਰ ਰਹੇ ਨੇ, ਪਾਠ ਕਰ ਰਹੇ ਨੇ, ਵਾਹਿਗੁਰੂ ਦਾ ਜਾਪ ਕਰ ਰਹੇ ਨੇ, ਇੱਕੋ ਇਹ ਗੱਲ ਲੈ ਕੇ ਕਿ ਅੱਜ ਨਹੀਂ ਤੇ ਕੱਲ੍ਹ ਇਸ ਹੈਂਕੜਬਾਜ਼ ਸਰਕਾਰ ਨੂੰ ਮਹਾਰਾਜ ਸਮੱਤ ਦੇ ਦੇਣਗੇ। ਉਹ ਸਮਝ ਲਏਗਾ ਕਿ ਇਹ ਕੋਈ ਚਾਈਨਾ ਤੋਂ ਆਈ ਹੋਈ ਸੰਗਤ ਨਹੀਂ, ਇਹ ਕੋਈ ਵਿਰੋਧੀ ਦੇਸ਼ ਦੇ ਲੋਕ ਨਹੀਂ, ਇਹ ਉਹ ਲੋਕ ਨੇ ਜਿਹੜੇ ਇਸ ਦੇਸ਼ ਦੀ ਆਜ਼ਾਦੀ ਵਾਸਤੇ ਜਿਨ੍ਹਾਂ ਨੇ 90% ਸਿਰ ਲਾਏ ਨੇ। ਉਹ ਲੋਕ ਨੇ ਜਿਹੜੇ ਬਾਰਡਰਾਂ ਦੇ ਉੱਪਰ ਵੀ ਜਦੋਂ ਯੁੱਧ ਚੱਲਦੇ ਨੇ ਤੇ ਪ੍ਰਸ਼ਾਦੇ ਲੈ ਲੈ ਕੇ ਪਹੁੰਚ ਜਾਂਦੇ ਨੇ। ਇਹ ਉਹੀ ਲੋਕ ਨੇ, ਇਹ ਉਹੀ ਲੋਕ ਨੇ ਜਿਨ੍ਹਾਂ ਦੇ ਪੁੱਤਰਾਂ ਨੂੰ ਤੁਸੀਂ ਰੋਜ਼ ਸ਼ਰਧਾਂਜਲੀਆਂ ਦਿੰਦੇ ਹੋ ਕਿ ਇਹ ਚਾਈਨਾ ਦੇ ਬਾਰਡਰ 'ਤੇ ਸ਼ਹੀਦ ਹੋ ਗਿਆ, ਇਹ ਕਾਰਗਿਲ ਦੇ ਬਾਰਡਰ 'ਤੇ ਸ਼ਹੀਦ ਹੋ ਗਿਆ, ਤੇ ਤਿਰੰਗਿਆਂ ਝੰਡਿਆਂ ਦੇ ਵਿੱਚ ਲਪੇਟ ਕੇ ਸਾਡੇ ਸਪੁਰਦ ਕਰਦੇ ਹੋ। ਇਹ ਉਹਨਾਂ ਦੇ ਮਾਤਾ ਪਿਤਾ ਬੈਠੇ ਨੇ ਉੱਥੇ। ਸੋ ਇਹ ਗੱਲਾਂ ਸਾਰੀਆਂ ਵਿਚਾਰਨੀਆਂ ਚਾਹੀਦੀਆਂ। ਸਤਿਗੁਰੂ ਰਹਿਮਤ ਕਰੇ, ਕਿਰਪਾ ਕਰੇ, ਕਿਉਂਕਿ ਸਤਿਗੁਰੂ ਸੱਚੇ ਪਾਤਸ਼ਾਹ ਜੀ ਤੇ ਆਪ ਜਦੋਂ ਸਾਡੀ ਅਰਦਾਸ ਸੁਣਨਗੇ ਤੇ ਸਾਰੇ ਹੀ ਕਾਰਜ ਰਾਸ ਹੋ ਜਾਣਗੇ। ਬਿਲਕੁਲ ਨਾ ਘਬਰਾਉਣ ਦੀ ਜ਼ਰੂਰਤ ਹੈ, ਨਾ ਡਰਨ ਦੀ ਲੋੜ ਹੈ, ਕਿਉਂਕਿ ਜੇ ਸੱਚ ਤੇ ਸੁੱਚ ਤੇ ਪਹਿਰਾ ਦਿੰਦਿਆਂ ਹੋਇਆਂ ਅਸੀਂ ਗੁਰੂ ਦੇ ਦਰ ਨਾਲ ਜੁੜੇ ਹਾਂ ਤੇ ਗੁਰੂ ਨੇ ਜ਼ਰੂਰ ਸਾਡੇ 'ਤੇ ਰਹਿਮਤ ਕਰਨੀ ਆ, ਕਿਰਪਾ ਕਰਨੀ ਹੈ। ਜਿੱਤ ਅਖੀਰ ਨੂੰ ਇਹਨਾਂ ਕਿਸਾਨ ਭਗਤਾਂ ਦੀ ਹੋਣੀ ਆ, ਮਹਾਰਾਜ ਨੇ ਬਖਸ਼ਿਸ਼ਾਂ ਕਰਨੀਆਂ ਹਨ। ਸੋ ਆਪਾਂ ਜਿੱਥੇ ਵੀ ਬੈਠੇ ਹਾਂ, ਜਿੰਨੀ ਸੇਵਾ ਕਰ ਸਕਦੇ ਹਾਂ,
ਕਿਉਂਕਿ ਹੁਣ ਤੱਕ ਤਾਂ ਹਰ ਪਰਿਵਾਰ ਦਾ ਜੀ ਕੋਈ ਨਾ ਕੋਈ ਵੇਖ ਹੀ ਆਇਆ ਹੋਣਾ ਵੀ ਕੀ ਚਾਹੀਦਾ ਉੱਥੇ, ਕੀ ਜ਼ਰੂਰਤ ਹੈ। ਤੇ ਸਭ ਤੋਂ ਵੱਡੀ ਜ਼ਰੂਰਤ ਹੈ ਅਰਦਾਸ। ਅਸੀਂ ਅਰਦਾਸ ਕਰੀਏ ਮਹਾਰਾਜ ਕਿਰਪਾ ਕਰਕੇ ਫਤਿਹ ਜਾਬੀ ਬਖਸ਼ ਕੇ ਇਹਨਾਂ ਕਿਸਾਨਾਂ ਨੂੰ, ਜਿਨ੍ਹਾਂ ਨੂੰ ਅੰਨਦਾਤੇ ਕਹਿੰਦੇ ਹੋ। ਇਹ ਸਰਕਾਰ ਕਿਤੇ ਨਾ ਕਿਤੇ ਕਹਿੰਦੀ ਸੀ ਜੈ ਜਵਾਨ ਜੈ ਕਿਸਾਨ, ਇਹ ਸਾਡੇ ਅੰਨਦਾਤੇ ਨੇ। ਅੱਜ ਇਹ ਅੱਤਵਾਦੀ ਹੋ ਗਏ, ਅੱਜ ਇਹ ਦੁਸ਼ਮਣ ਹੋ ਗਏ, ਅੱਜ ਇਹ ਵਿਰੋਧੀ ਹੋ ਗਏ, ਦੇਸ਼ ਧਰੋਹੀ ਹੋ ਗਏ। ਇਹ ਗੱਲਾਂ ਸਾਰੀਆਂ ਗੌਰਮੈਂਟ ਨੂੰ ਪਤਾ ਹੁੰਦਿਆਂ ਹੋਇਆਂ ਵੀ ਪਾਸਾ ਵੱਟ ਲੈਣਾ ਕਿਸੇ ਸਮੱਸਿਆ ਦਾ ਹੱਲ ਨਹੀਂ ਹੋਇਆ ਕਰਦਾ, ਬਲਕਿ ਸਨਮੁਖ ਹੋਵੇ। ਕੋਈ ਕਾਰਨ ਹੈ ਕਿ ਜਿਹੜੀਆਂ ਕਿਸਾਨ ਜਥੇਬੰਦੀਆਂ ਨੇ ਕੁਝ ਆਗੂ ਮੂਹਰੇ ਲਾਏ ਨੇ ਤੇ ਦੇਸ਼ ਦਾ ਪ੍ਰਧਾਨ ਮੰਤਰੀ ਉਹਨਾਂ ਨਾਲ ਬੈਠਣ ਨੂੰ ਤਿਆਰ ਨਾ ਹੋਵੇ, ਉਹਨਾਂ ਦੀ ਗੱਲ ਵੀ ਨਾ ਸੁਣੇ। ਆਓ ਭਾਈ ਕਿਵੇਂ ਆਇਓ, ਕੀ ਦੁੱਖ ਹੈ ਤੁਹਾਨੂੰ? ਕੀ ਇਹ ਲੋਕਤੰਤਰ ਹੈ? ਇਹਨੂੰ ਲੋਕਤੰਤਰ ਕਹਿੰਦੇ ਨੇ। ਪਰ ਨਹੀਂ, ਆਪਾਂ ਤੇ ਗੁਰੂ ਦੇ ਚਰਨਾਂ ਵਿੱਚ ਵਿਸ਼ਵਾਸ ਰੱਖ ਕੇ ਮਹਾਰਾਜ ਸੱਚੇ ਪਾਤਸ਼ਾਹ ਕਿਰਪਾ ਕਰਨਗੇ। ਇਹਦੇ ਤੋਂ ਵੀ ਜਰਵਾਣੇ ਲੋਕ ਇੱਥੇ ਆਉਂਦੇ ਰਹੇ ਤੇ ਜਿਹਦੇ ਤੋਂ ਖਾਲਸਾ ਪੰਥ ਦੀ ਪਾਤਸ਼ਾਹ ਨੇ, ਵਾਹਿਗੁਰੂ ਨੇ ਹਮੇਸ਼ਾ ਹੀ ਵਿਜੇ ਬਖਸ਼ੀ, ਫਤਿਹ ਬਖਸ਼ੀ ਹੈ। ਕਿਉਂਕਿ ਸਾਡਾ ਸਿਧਾਂਤ ਹੈ ਦੇਹ ਸ਼ਿਆਬਰ ਮੋਹ ਇਹ ਹੈ, ਸ਼ੁਭ ਕਰਮਨ ਤੇ ਕਬੂ ਨਾ ਡਰੋ, ਨਾ ਡਰੋ ਆਰਸੋਂ ਜਬ ਜਾਏ ਲਰੋ, ਨਿਹਚੇ ਕਰੇ ਆਪਣੀ ਜੀਤ ਕਰੋ। ਇਹ ਵਿਸ਼ਵਾਸ ਤੇ ਭਰੋਸਾ ਹੋਣਾ ਚਾਹੀਦਾ ਹੈ। ਸਤਿਗੁਰੂ ਜੀ ਰਹਿਮਤ ਕਰਦੇ ਨੇ ਕਿ ਮਹਾਰਾਜ ਸੱਚੇ ਪਾਤਸ਼ਾਹ ਜੀ ਸਾਡੇ ਜਨਾਂ ਦੇ ਉੱਪਰ ਆਪ ਜੀ ਕਿਰਪਾ ਕਰੋ, ਸਾਡੇ ਤੇ ਰਹਿਮਤ ਕਰੋ ਤੇ ਆਪ ਹੀ ਸਾਡੀ ਪੈਜ ਪ੍ਰਤੱਗਿਆ ਰੱਖ ਸਕਦੇ ਹੋ, ਸਵਾਰ ਸਕਦੇ ਹੋ। ਸਾਨੂੰ ਪਾਪੀਆਂ ਨੂੰ ਗਲੇ ਦੇ ਨਾਲ ਲਾ ਕੇ ਮਹਾਰਾਜ ਸੱਚੇ ਪਾਤਸ਼ਾਹ ਜੀ ਇਸ ਲੋਕ 'ਚੋਂ ਹੀ ਨਹੀਂ, ਪ੍ਰਲੋਕ ਵਿੱਚੋਂ ਵੀ ਇਹ ਲੋਕ ਸੁਖੀਏ, ਪ੍ਰਲੋਕ ਸੁਹੇਲੇ ਬਣਾ ਸਕਦੇ ਹੋ। ਮਹਾਰਾਜ ਰਹਿਮਤ ਕਰਨੀ ਸਤਿਗੁਰੂ ਜੀ, ਬੇਅੰਤ ਗਲਤੀਆਂ ਭੁੱਲਾਂ ਦੀ ਖਿਮਾ ਬਖਸ਼ ਕੇ ਆਪਦੇ ਚਰਨਾਂ ਵਿੱਚੋਂ ਅਸ਼ੀਸ਼ ਬਖਸ਼ਿਸ਼ ਕਰਨੀ, ਰਹਿਮਤ ਬਖਸ਼ਿਸ਼ ਕਰਨੀ, ਨਾਮ ਦੀ ਦਾਤ ਬਖਸ਼ ਕੇ ਸਾਰੀਆਂ ਸੰਗਤਾਂ ਨੂੰ ਨਿਹਾਲ ਕਰਨਾ ਜੀ। ਹਰ ਹਰ ਅਗਮ ਅਗਾਧ ਬੋਧ, ਅਪਰੰਪਰ ਪੁਰਖ ਅਪਾਰੀ, ਜਾਨ ਕੋ ਕਿਰਪਾ ਕਰੋ ਜਗ ਜੀਵਨ, ਜਨ ਨਾਨਕ ਪੈਜ ਸਵਾਰੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।